Next ਜਿਹੜਾ ਆਪਣਾ topic ਹੈ that is about queues. Very important data structure that is used at various places in your computer system. ਸੋ queues ਆਪਣੀਆਂ ਬਹੁਤ ਸਾਰੀ ਲੋਕੇਸ਼ਨ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਹੈਲਪ ਕਰਦੀਆਂ ਨੇ. It is basically an ordered collection of items from which item may be deleted at the one end, that is called front of the queue, and into which item may be inserted at the other end, that is called rear of the queue. ਠੀਕ ਸੋ ਜਦੋਂ ਆਪਾਂ ਕਿਊਜ਼ ਦੀ ਗੱਲ ਕਰਦੇ ਹਾਂ ਤਾਂ ਰੀਅਲ ਲਾਈਫ ਸਿਨੈਰੀਓ ਦੇ ਵਿੱਚ ਆਪਣੇ ਕੋਲ ਬਹੁਤ ਸਾਰੀਆਂ ਕਿਊਜ਼ ਲੱਗੇ ਹੁੰਦੇ ਨੇ. ਬੈਂਕਸ ਦੇ ਵਿੱਚ ਦੇਖਦੇ ਹੋ, ਏਟੀਐਮ ਦੇ ਵਿੱਚ ਦੇਖਦੇ ਹਾਂ, ਆਪਾਂ ਬੱਸ ਲਾਈਨ ਦੇ ਵਿੱਚ ਦੇਖਦੇ ਹਾਂ, ਤਾਂ ਹਰ ਥਾਂ ਤੇ ਜਿੱਥੇ ਫਸਟ ਇਨ ਫਸਟ ਆਊਟ ਵਾਲਾ ਸਿਸਟਮ ਆਪਾਂ ਨੇ ਇੰਪਲੀਮੈਂਟ ਕਰਨਾ ਹੁੰਦਾ, ਉਸ ਜਗ੍ਹਾ ਦੇ ਉੱਤੇ ਆਪਾਂ ਕਿਊਜ਼ ਨੂੰ ਆਪਾਂ ਰੀਅਲ ਲਾਈਫ ਦੇ ਵਿੱਚ ਵੀ ਦੇਖਦੇ ਹਾਂ. ਤਾਂ ਸੇਮ ਕਿਊਜ਼ ਆਪਰੇਟਿੰਗ ਸਿਸਟਮ ਦੇ ਵਿੱਚ ਜਾਂ ਨੈਟਵਰਕਿੰਗ ਦੇ ਵਿੱਚ ਜਾਂ ਹੋਰ ਕੰਪਿਊਟਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਸੇਮ ਬਿਹੇਵੀਅਰ ਆਪਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਪੈਂਦੀ ਹੈ. ਬਿਹੇਵੀਅਰ ਕੀ ਹੈ ਕਿ ਫਸਟ ਇਨ ਫਸਟ ਆਊਟ, ਜਿਹੜੀ ਚੀਜ਼ ਪਹਿਲੋਂ ਆਈ ਸੀ ਉਹੀ ਚੀਜ਼ ਪਹਿਲੋਂ ਬਾਹਰ ਜਾਏਗੀ. ਠੀਕ, ਤੋ ਇਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਵਾਸਤੇ ਆਪਾਂ ਇੱਕ ਡਾਟਾ ਸਟਰਕਚਰ ਬਣਾਇਆ ਹੋਇਆ, ਦੈਟ ਡਾਟਾ ਸਟਰਕਚਰ ਇਜ਼ ਬੇਸਿਕਲੀ ਕਿਊ. ਹੁਣ ਜਦੋਂ ਪੇਪਰ ਦੇ ਵਿੱਚ ਜਾਂ ਕਿਸੇ ਇੰਟਰਵਿਊ ਦੇ ਵਿੱਚ ਕਿਊਜ਼ ਦੇ ਬਾਰੇ ਕੁਐਸਚਨ ਪੁੱਛਿਆ ਜਾਂਦਾ ਕਿ ਵਾਟ ਇਜ਼ ਕਿਊ, ਕੋਈ ਡਿਫਾਈਨ ਕਰਨ ਵਾਸਤੇ ਕਹਿੰਦੇ ਆ, ਤਾਂ ਬਹੁਤ ਸਾਰੇ ਸਟੂਡੈਂਟ ਕਿਊ ਦੀ ਡੈਫੀਨੇਸ਼ਨ ਜਿਹੜੀ ਹੈ ਬੱਸ ਕਿਊ ਜਾਂ ਜਿਹੜੀ ਏਟੀਐਮ ਜਾਂ ਬੈਂਕ ਦੇ ਵਿੱਚ ਕਿਊ ਲੱਗੀ ਹੋਈ ਹੈ ਉਹਦੇ ਨਾਲ ਦਿੰਦੇ ਆ. ਤਾਂ ਉਹ ਚੀਜ਼ ਆਪਣੀ ਰੀਅਲ ਲਾਈਫ ਦੀ ਐਗਜ਼ਾਮਪਲ ਹੈ, ਜਿਹਨੂੰ ਸਿਰਫ ਰਿਲੇਟ ਕਰਨ ਵਾਸਤੇ ਆਪਾਂ ਉਸ ਐਗਜ਼ਾਮਪਲ ਨੂੰ ਗੱਲ ਕਰਦੇ ਹਾਂ. ਬਟ ਐਕਚੁਅਲ ਦੇ ਵਿੱਚ ਜਿਹੜੀ ਕੰਪਿਊਟਰ ਦੀ ਕਿਊ ਹੈ ਉਹ ਰੀਅਲ ਲਾਈਫ ਵਾਲੀ ਕਿਊ ਨਹੀਂ ਹੈ. ਕੰਪਿਊਟਰ ਦੀ ਕਿਊ ਔਰ ਰੀਅਲ ਲਾਈਫ ਕਿਊ ਦੇ ਵਿੱਚ ਸਿਰਫ ਇੱਕ ਸਮਾਨਤਾ ਹੈ. ਉਹ ਸਮਾਨਤਾ ਕੀ ਹੈ ਕਿ ਦੋਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਫਸਟ ਇਨ ਫਸਟ ਆਊਟ ਵਾਲਾ ਹੁੰਦਾ ਹੈ. ਠੀਕ, ਸੋ ਜਦੋਂ ਆਪਾਂ ਕਿਊ ਦੀ ਡੈਫੀਨੇਸ਼ਨ ਕੰਪਿਊਟਰ ਦੇ ਵਿੱਚ ਲਿਖਣੀ ਹੈ ਤਾਂ ਆਪਾਂ ਆਹ ਵਾਲੀ ਡੈਫੀਨੇਸ਼ਨ ਲਿਖਣੀ ਹੈ ਕਿ ਕਿਊ ਇਜ਼ ਐਨ ਆਰਡਰਡ ਕਲੈਕਸ਼ਨ ਆਫ ਆਈਟਮ from which item may be deleted at the one end, this is called front of the queue, and into which items may be inserted at the other end, which is called rear of the queue. So this is the behavior. So we have to talk about the behavior of this particular data structure. So queue ਕੀ ਹੈ? It is a data structure. ਸੋ ਜਦੋਂ ਆਪਾਂ ਕਿਊ ਦੀ ਡੈਫੀਨੇਸ਼ਨ ਦੇਣੀ ਹੈ ਤਾਂ ਆਪਾਂ ਉਸ ਡੈਫੀਨੇਸ਼ਨ ਦੀ ਗੱਲ ਨਹੀਂ ਕਰਨੀ ਜਿਹੜੀ ਆਪਾਂ ਰੀਅਲ ਲਾਈਫ ਦੇ ਵਿੱਚ ਦਿੰਨੇ ਆ. ਉਹ ਸਿਰਫ ਤੁਹਾਨੂੰ ਸਮਝਾਉਣ ਵਾਸਤੇ, ਆਪਾਂ ਇੱਕ ਆਈਡੀਆ ਬਣਾਉਣ ਵਾਸਤੇ ਤੁਹਾਨੂੰ ਐਗਜ਼ਾਮਪਲ ਦੱਸੀ ਜਾਂਦੀ ਹੈ ਕਲਾਸ ਦੇ ਵਿੱਚ. ਉਸ ਐਗਜ਼ਾਮਪਲ ਨੂੰ ਐਗਜ਼ਾਮ ਦੇ ਵਿੱਚ ਜਾਂ ਕਿਸੇ ਇੰਟਰਵਿਊ ਵੇਲੇ ਕਿਸੇ ਨੂੰ ਨਹੀਂ ਦੇਣਾ ਹੈਗਾ. ਜਦੋਂ ਇੰਟਰਵਿਊ ਦੇ ਰਹੇ ਹੋ ਜਾਂ ਜਦੋਂ ਐਗਜ਼ਾਮ ਦੇ ਵਿੱਚ ਤੁਹਾਡੇ ਕੋਲੋਂ ਕੁਐਸਚਨ ਪੁੱਛਿਆ ਜਾਂਦਾ ਕਿਊ ਦੇ ਬਾਰੇ, ਤਾਂ ਤੁਸੀਂ ਕਿਊ ਡਾਟਾ ਸਟਰਕਚਰ ਦੀ ਗੱਲ ਕਰਨੀ ਹੈ, ਨਾ ਕਿ ਉਹ ਵਾਲੀ ਕਿਊ ਜਿਹੜੀ ਕਿ ਏਟੀਐਮ ਦੇ ਬਾਹਰ ਜਾਂ ਬੈਂਕ ਦੇ ਬਾਹਰ ਲੱਗੀ ਹੋਈ ਹੈ. ਠੀਕ, ਸੋ ਮੋਸਟ ਆਫ ਦਾ ਸਟੂਡੈਂਟਸ ਉਸ ਕਿਊ ਦੀ ਗੱਲ ਕਰਦੇ ਜਦੋਂ ਐਗਜ਼ਾਮ ਦੇ ਪੇਪਰ ਲਿਖਦੇ ਨੇ, ਆਨਸਰ ਲਿਖਦੇ ਆ, ਤਾਂ ਉਹਨਾਂ ਦੇ ਨੰਬਰ ਕੱਟੇ ਜਾਣਗੇ. ਸੋ ਜਦੋਂ ਤੁਸੀਂ ਕਿਊ ਦੀ ਗੱਲ ਕਰਨੀ ਹੈ ਤਾਂ ਤੁਸੀਂ ਇੱਕ ਉਹਦੀ ਡੈਫੀਨੇਸ਼ਨ ਕੰਪਿਊਟਰ ਦੇ ਹਿਸਾਬ ਨਾਲ ਉਹਦੀ ਕੀ ਡੈਫੀਨੇਸ਼ਨ ਹੈ ਉਹਦੇ ਬਾਰੇ ਗੱਲ ਕਰਨੀ ਹੈ. ਤਾਂ ਉਹ ਕੀ ਚੀਜ਼ ਹੈ? ਇਟ ਇਜ਼ ਬੇਸਿਕਲੀ ਅ ਡਾਟਾ ਸਟਰਕਚਰ. ਤੁਸੀਂ ਲਿਖੋ ਕਿ ਕਿਊ ਇਜ਼ ਅ ਡਾਟਾ ਸਟਰਕਚਰ which is basically an ordered collection of item from which item may be deleted at one end. So this is what? This is just a behavior of queue. The item can be deleted from the one end, which is called front of the queue, and from which and into which item may be inserted at the other end, that is called rear of the queue, and the behavior of queue is first in first out. ਸੋ ਇੰਨੀ ਗੱਲ ਤੁਸੀਂ ਲਿਖਣੀ ਹੈ ਜਦੋਂ ਅਸੀਂ ਕਿਊ ਦੇ ਬਾਰੇ ਗੱਲ ਕਰਨੀ ਹੈ. ਸੋ ਇਹ ਬਿਹੇਵੀਅਰ ਨੂੰ ਆਪਾਂ ਇੰਪਲੀਮੈਂਟ ਕਰਨਾ ਹੈ. ਜਿਵੇਂ ਸਟੈਕ ਦਾ ਬਿਹੇਵੀਅਰ ਸੀਗਾ ਲਾਸਟ ਇਨ ਫਸਟ ਆਊਟ, ਜੋ ਸਭ ਤੋਂ ਲਾਸਟ ਵਿੱਚ ਐਂਟਰ ਹੋਇਆ ਸੀ ਉਹ ਸਭ ਤੋਂ ਪਹਿਲਾਂ ਬਾਹਰ ਨਿਕਲੇਗਾ, ਦੈਟ ਇਜ਼ ਦਾ ਬਿਹੇਵੀਅਰ ਆਫ ਦੀ ਸਟੈਕ. ਬਟ ਜਦੋਂ ਆਪਾਂ ਕਿਊ ਦੀ ਗੱਲ ਕਰਦੇ ਹਾਂ ਤਾਂ ਆਪਾਂ ਫਸਟ ਇਨ ਫਸਟ ਆਊਟ ਇਸ ਬਿਹੇਵੀਅਰ ਨੂੰ, ਸੋ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਵਾਸਤੇ ਅਗੇਨ ਆਪਣੇ ਕੋਲ ਉਹੀ ਮੈਮਰੀ ਹੈ ਜਿਹੜੀ ਆਪਣੇ ਕੋਲ ਕੰਪਿਊਟਰ ਸਿਸਟਮ ਦੇ ਵਿੱਚ ਇੰਸਟਾਲਡ ਹੈ. ਇਸ ਮੈਮਰੀ ਨੂੰ ਜਿਹੜੀ ਕਿ ਲੀਨੀਅਰ ਇਨ ਨੇਚਰ ਹੈ, ਜਿਹਦੇ ਵਿੱਚ ਆਪਣੇ ਕੋਲ ਐਡਰੈਸਿਸ 0 ਤੋਂ ਸਟਾਰਟ ਹੋ ਕੇ ਕੁਝ ਮੈਕਸਿਮਮ ਵੈਲਿਊ ਤੱਕ ਜਾਣਗੇ, ਔਰ ਇਹਨਾਂ ਐਡਰੈਸਿਸ ਦੇ ਵਿੱਚ ਹੀ ਆਪਾਂ ਕਿਊ ਬਣਾਣੀ ਹੈ. ਇਹਨਾਂ ਐਡਰੈਸਿਸ ਨੂੰ ਲੈ ਕੇ ਆਪਾਂ ਸਟੈਕ ਬਣਾ ਲੈਣੀ ਹੈ, ਜਿਹਦੇ ਵਿੱਚ ਆਪਾਂ ਲਾਸਟ ਇਨ ਫਸਟ ਆਊਟ ਵਾਲਾ ਬਿਹੇਵੀਅਰ ਇੰਪਲੀਮੈਂਟ ਕਰਨਾ ਹੈ. ਔਰ ਜਦੋਂ ਆਪਾਂ ਕਿਊ ਬਣਾਣੀ ਹੈ, ਫਸਟ ਇਨ ਫਸਟ ਆਊਟ ਵਾਲਾ ਬਿਹੇਵੀਅਰ ਇੰਪਲੀਮੈਂਟ ਕਰਨਾ, ਅਗੇਨ ਆਪਾਂ ਉਹਨਾਂ ਐਡਰੈਸਿਸ ਨੂੰ ਹੀ ਲੈਣਾ ਹੈ ਔਰ ਆਪਾਂ ਇਹੋ ਜਿਹਾ ਪ੍ਰੋਗਰਾਮ ਬਣਾਉਣਾ ਹੈ ਜਿਹੜਾ ਇਸ ਬਿਹੇਵੀਅਰ ਨੂੰ ਇੰਪਲੀਮੈਂਟ ਕਰੇ. ਇਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਦਾ ਮਤਲਬ ਕੀ ਹੈ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਰਿਸਟ੍ਰਿਕਸ਼ਨਸ ਲਗਾਵਾਂਗੇ
ਕਿ ਇਸ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਵਾਸਤੇ। ਜਿਵੇਂ ਲਾਸਟ ਇਨ ਫਸਟ ਆਊਟ ਦੇ ਵਿੱਚ ਆਪਾਂ ਰਿਸਟ੍ਰਿਕਸ਼ਨ ਲਗਾਤੀਆਂ ਸੀ, ਆਪਾਂ ਪੁਸ਼ ਆਪਰੇਸ਼ਨ ਬਣਾ ਲਿਆ ਸੀ, ਆਪਾਂ ਪੌਪ ਆਪਰੇਸ਼ਨ ਬਣਾ ਲਿਆ ਸੀ। ਤਾਂ ਪੁਸ਼ ਆਪਰੇਸ਼ਨ ਹਮੇਸ਼ਾ ਸਟੈਕ ਦੇ ਇਸ ਐਰੇ ਦੇ ਵਿੱਚ ਮੈਮਰੀ ਲੋਕੇਸ਼ਨ ਦੇ ਵਿੱਚ ਟਾਪ ਦੇ ਵਿੱਚ ਐਡ ਕਰਦਾ ਹੈ। ਪੌਪ ਆਪਰੇਸ਼ਨ ਹਮੇਸ਼ਾ ਟਾਪ ਦੇ ਵਿੱਚੋਂ ਐਲੀਮੈਂਟ ਰਿਮੂਵ ਕਰਕੇ ਦਿੰਦਾ ਹੈ। ਸੋ ਯੂਜ਼ਰ ਐਂਡ ਯੂਜ਼ਰ ਜੋ ਹੈ ਉਹਨੇ ਪੁਸ਼ ਨੂੰ ਕਾਲ ਕਰਨਾ ਹੈ, ਉਹਨੇ ਪੌਪ ਨੂੰ ਕਾਲ ਕਰਨਾ ਹੈ, ਉਹਨੇ ਡਾਇਰੈਕਟਲੀ ਇਹਨਾਂ ਮੈਮਰੀ ਲੋਕੇਸ਼ਨ ਨੂੰ ਕਾਲ ਨਹੀਂ ਕਰਨਾ। ਬਹੁਤ ਸਾਰੇ ਬੱਚਿਆਂ ਨੇ ਸਟੈਕ ਦਾ ਜਿਹੜਾ ਪ੍ਰੋਗਰਾਮ ਬਣਾਇਆ ਉਹ ਸੀ ਲੈਂਗੁਏਜ ਦੇ ਵਿੱਚ ਬਣਾਇਆ, ਜਿਹਦੇ ਵਿੱਚ ਉਹਨਾਂ ਨੇ ਸਟੈਕ ਨੂੰ ਇੱਕ ਸਿੰਪਲ ਐਰੇ ਡਿਕਲੇਅਰ ਕਰਤਾ ਔਰ ਇੱਕ ਟੌਪ ਵੇਰੀਏਬਲ ਡਿਕਲੇਅਰ ਲੈ ਲਿਆ, ਦੋ ਗਲੋਬਲ ਵੇਰੀਏਬਲ ਬਣਾਏ ਆ। ਬਟ ਉਹ ਜਿਹੜਾ ਬਿਹੇਵੀਅਰ ਹੈ ਉਸ ਬਿਹੇਵੀਅਰ ਦੇ ਵਿੱਚ ਜਿਹੜੀ ਰਿਸਟ੍ਰਿਕਸ਼ਨ ਸੀ ਕਿ ਲਾਸਟ ਇਨ ਫਸਟ ਆਊਟ, ਉਹ ਇੰਪਲੀਮੈਂਟ ਨਹੀਂ ਹੁੰਦੀ, ਕਿਉਂਕਿ ਟੌਪ ਔਰ ਸਟੈਕ ਦੋਨੋਂ ਵੇਰੀਏਬਲ ਜੇ ਤੁਹਾਡੇ ਗਲੋਬਲ ਵੇਰੀਏਬਲ ਹੈ, ਗਲੋਬਲ ਵੇਰੀਏਬਲ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਕੋਈ ਵੀ ਅਸੈਸ ਕਰ ਸਕਦਾ ਹੈ ਐਟ ਐਨੀ ਟਾਈਮ। ਸੋ ਤੁਸੀਂ ਪੁਸ਼ ਫੰਕਸ਼ਨ ਬਣਾ ਤਾਂ ਦਿੱਤਾ, ਪੌਪ ਫੰਕਸ਼ਨ ਬਣਾ ਤਾਂ ਦਿੱਤਾ, ਬਟ ਤੁਹਾਡੇ ਮੇਨ ਮੈਥਡ ਦੇ ਵਿੱਚ ਤੁਸੀਂ ਸਟੈਕ ਨੂੰ ਡਾਇਰੈਕਟਲੀ ਵੀ ਕਾਲ ਕਰ ਸਕਦੇ ਹੋ ਔਰ ਉਹਨੂੰ ਪੁਸ਼ ਆਪਰੇਸ਼ਨ ਦੇ ਥਰੂ ਵੀ ਕਾਲ ਕਰ ਸਕਦੇ ਹਾਂ। ਤਾਂ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਸਟੈਕ 0 ਇਜ਼ ਇਕੁਅਲ ਟੂ 5 ਔਰ ਆਪਾਂ ਇਹ ਵੀ ਲਿਖ ਸਕਦੇ ਹਾਂ ਪੁਸ਼ 5। तो ये दोनों तरह के ऑपरेशन चलते पे है। तो जद के होना की चाहिए सी कि ये ऑपरेशन नहीं सी चल सकता होना चाहिए, ये ऑपरेशन चलता होना चाहिए सीगा। सो आपां उस चीज़ नूं इंप्लीमेंट करन लई क्लासेस दा बेनिफिट लवांगे, क्योंकि क्लासेस दे विच आपां पब्लिक ते प्राइवेट दो तरह के वेरीएबल बना सकते हैं और दो असैस मॉडिफायर लगा सकते हैं। तो कोशिश करो कि जिहड़े तुहाडे प्रोग्राम है वो क्लासेस के थ्रू इंप्लीमेंट करो, जिहड़े तुहाडे वेरीएबल्स है उन्हां नूं ग्लोबल रखण दी बजाए उन्हां नूं प्राइवेट रखो, ताकि तुहाडे प्रोग्राम की जिहड़ी इंप्लीमेंटेशन है वो सही मायनिਆਂ ਦੇ ਵਿੱਚ जो रिक्वायर्ड है वो होवे, जो बिहेवियर रिक्वायर्ड है। फीफो का बिहेवियर रिक्वायर्ड है, दैट मीनस फर्स्ट इन फर्स्ट आउट का बिहेवियर चाहिए है, तो उन्होंने इंप्लीमेंट करने लिए तुसीं स्टैक अपना क्लासेस यूज करो। जे लीफो का बिहेवियर चाहिए है तो भी तुसीं उन्होंने इंप्लीमेंट करने लिए क्लासेस का प्रयोग करो, ताकि तुहाडा बिहेवियर प्रॉपरली इंप्लीमेंट हो जाए। हालांकि ਜਿਹੜੇ प्रोग्राम बच्चों ने बनाए वो चलते हैं, कोई इशू नहीं है। सी प्रोग्राम का भी, सी का प्रोग्राम भी चलता है, सी का कंस्ट्रक्ट भी चलेगा, क्लासेस वाला भी चलेगा, पर वो सही मायनिਆਂ ਦੇ ਵਿੱਚ ਉਹ ਬਿਹੇਵੀਅਰ ਨੂੰ ਇੰਪਲੀਮੈਂਟ ਨਹੀਂ ਕੀਤਾ ਤੁਸੀਂ। ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਉਹ ਸ਼ਾਇਦ ਜਾਂ ਤਾਂ ਪਿਛਲੀਆਂ ਕਲਾਸਿਸ ਦੇ ਵਿੱਚੋਂ ਕੁਝ ਇਦਾਂ ਦਾ ਪੜ੍ਹ ਕੇ ਆਏ ਹੋ, ਜਾਂ ਤੁਸੀਂ ਇੰਟਰਨੈਟ ਤੇ ਨਕਲ ਮਾਰ ਕੇ ਕਰ ਲਿਆ, ਜਾਂ ਕਿਤਾਬਾਂ ਦੇ ਵਿੱਚੋਂ ਨਕਲ ਮਾਰ ਕੇ ਕਰ ਲਿਆ, ਜਿਹਦੇ ਕਰਕੇ ਤੁਹਾਨੂੰ ਉਹ ਚੀਜ਼ਾਂ ਹੱਲੇ ਵੀ, ਮੈਨੂੰ ਤਾਂ ਇਹੀ ਲੱਗਦਾ ਕਿ ਤੁਹਾਨੂੰ ਹੱਲੇ ਕਲੀਅਰ ਨਹੀਂ ਹੋਈਆਂ। ਕਲਾਸ ਦੇ ਵਿੱਚ ਹੱਲੇ ਵੀ 5-10 ਬੱਚੇ ਹੀ ਹੈ ਜਿਨ੍ਹਾਂ ਨੂੰ ਕੁਝ ਕਨਸੈਪਟ ਜਿਹੜੇ ਪ੍ਰੋਗਰਾਮਿੰਗ ਦੇ ਕਲੀਅਰ ਹੋ ਰਹੇ ਆ, ਬਾਕੀਆਂ ਨੂੰ ਬਾਕੀ ਤਾਂ ਮੈਨੂੰ ਲੱਗਦਾ ਧੱਕਾ ਹੀ ਲਗਾ ਰਹੇ ਆ। ਚਲੋ ਐਨੀ ਹੋ, ਕੁਛ ਤਾਂ ਕੁਛ ਕਰ ਹੀ ਰਹੇ ਨੇ, ਫਿਰ ਵੀ ਜਦੋਂ ਅਸੀਂ ਐਫਰਟ ਕੀਤੀਆਂ ਨੇ ਕਾਬਿਲੇ ਤਾਰੀਫ ਹੈ, ਚੰਗੀ ਗੱਲ ਆ। ਜਦੋਂ ਐਫਰਟ ਕਰਾਂਗੇ ਤਾਂ ਆਪਾਂ ਕੁਛ ਨਾ ਕੁਛ ਸਿੱਖਾਂਗੇ ਵੀ। ਸੋ ਆਈ ਹੋਪ ਕਿ ਕਿਊ ਦੀ ਡੈਫੀਨੇਸ਼ਨ ਕਲੀਅਰ ਹੈ। ਹੁਣ ਨੈਕਸਟ ਟਾਈਮ ਜਦੋਂ ਵੀ ਤੁਹਾਨੂੰ ਕਿਊ ਬਾਰੇ ਪੁੱਛਿਆ ਜਾਏਗਾ ਤਾਂ ਤੁਸੀਂ ਬੱਸ ਦੀ ਕਿਊ ਜਾਂ ਬੈਂਕ ਦੀ ਕਿਊ ਬਾਰੇ ਗੱਲ ਨਹੀਂ ਕਰੋਗੇ, ਬਲਕਿ ਕੰਪਿਊਟਰਸ ਦੇ ਵਿੱਚ ਡਾਟਾ ਸਟਰਕਚਰ ਦੇ ਵਿੱਚ ਕਿਊ ਦਾ ਜੋ ਬਿਹੇਵੀਅਰ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਠੀਕ, ਦੈਨ ਬਹੁਤ ਸਾਰੀਆਂ ਐਪਲੀਕੇਸ਼ਨ ਨੇ ਕਿਊ ਦੀਆਂ। ਫੋਰ ਐਗਜ਼ਾਮਪਲ ਜੌਬ ਕਿਊ, ਜੇ ਤੁਸੀਂ ਆਪਰੇਟਿੰਗ ਸਿਸਟਮ ਪੜ੍ਹਿਆ ਹੋਵੇ ਤਾਂ ਆਪਰੇਟਿੰਗ ਸਿਸਟਮ ਦੇ ਵਿੱਚ ਜੌਬਸ ਹੁੰਦੀਆਂ ਨੇ ਜਿਹੜੀਆਂ ਕਿ ਆਪਰੇਟਿੰਗ ਸਿਸਟਮ ਨੇ ਐਗਜ਼ੀਕਿਊਟ ਕਰਨੀਆਂ ਹੁੰਦੀਆਂ ਨੇ। ਜੌਬ ਮੀਨਸ ਪ੍ਰੋਸੈਸ, ਜਿਹੜੇ ਪ੍ਰੋਸੈਸ ਐਗਜ਼ੀਕਿਊਟ ਹੋਣੇ ਆ ਉਹ ਕਿਹੜੇ ਪ੍ਰੋਸੈਸ ਹੋਣਗੇ। ਫੋਰ ਐਗਜ਼ਾਮਪਲ ਮੇਰੇ ਕੋਲ P1 ਪ੍ਰੋਸੈਸ ਹੈ, P2 ਪ੍ਰੋਸੈਸ ਹੈ, P3 ਪ੍ਰੋਸੈਸ ਹੈ। ਤਾਂ ਯੂਜ਼ਰ ਨੇ ਜਦੋਂ P1 ਪ੍ਰੋਸੈਸ ਚਲਾਉਣ ਦੀ ਰਿਕੁਐਸਟ ਦੇਤੀ, ਉਸ ਤੋਂ ਬਾਅਦ P2 ਪ੍ਰੋਸੈਸ ਚਲਾਉਣ ਦੀ ਰਿਕੁਐਸਟ ਦੇਤੀ, ਉਸ ਤੋਂ ਬਾਅਦ P3 ਪ੍ਰੋਸੈਸ ਚਲਾਉਣ ਦੀ ਰਿਕੁਐਸਟ ਦੇਤੀ, ਤਾਂ ਜਦੋਂ ਆਪਣਾ ਪ੍ਰੋਸੈਸਰ ਤਾਂ ਸਿੰਗਲ ਹੀ ਹੈ, CPU ਇੱਕੋ ਹੀ ਹੈ, ਜਦੋਂ CPU P1 ਨੂੰ ਪ੍ਰੋਸੈਸ ਕਰ ਰਿਹਾ ਸੀ, ਉਹਨੂੰ ਐਗਜ਼ੀਕਿਊਟ ਕਰ ਰਿਹਾ ਸੀ, ਤਾਂ P2 ਔਰ P3 ਕਿੱਥੇ ਗਏ? P2 ਔਰ P3 ਨੂੰ ਆਪਾਂ ਇੱਕ ਕਿਊ ਦੇ ਵਿੱਚ ਸਟੋਰ ਕਰਕੇ ਰੱਖਾਂਗੇ, ਤਾਂ ਕਿ ਜਦੋਂ P1 ਖਤਮ ਹੋ ਜਾਵੇ ਤਾਂ ਅੱਗੇ ਕਿਹਦੀ ਵਾਰੀ ਆਏਗੀ? ਜੇ P2 ਦੀ ਕਿ P3 ਦੀ? ਅੱਗੇ ਉਸੇ ਦੀ ਵਾਰੀ ਆਏਗੀ ਜਿਹੜਾ ਇਹਨਾਂ ਦੋਨਾਂ ਚੋਂ ਪਹਿਲਾਂ ਆਇਆ ਸੀ। तो ਪਹਿਲਾਂ ਆਇਆ ਸੀ ਉਹੀ ਪਹਿਲਾਂ ਬਾਹਰ ਜਾਏਗਾ। ਫਰਸਟ ਇਨ ਫਰਸਟ ਆਊਟ, that is the behavior that is required here। तो ਜਦੋਂ ਜੌਬ ਕਿਊ ਬਣਦੀ ਹੈ, ਜੌਬ ਕਿਊ ਦੇ ਵਿੱਚ ਜਿੰਨੇ ਵੀ ਪ੍ਰੋਸੈਸ ਐਗਜ਼ੀਕਿਊਟ ਹੋਣੇ ਹੁੰਦੇ ਆ ਉਹ ਸਾਰੇ ਪ੍ਰੋਸੈਸ ਆਪਾਂ ਕਿਊ ਦੇ ਵਿੱਚ ਲਗਾ ਕੇ ਰੱਖਦੇ ਆ, ਕਿਉਂਕਿ ਜਿਹੜਾ ਪ੍ਰੋਸੈਸ ਪਹਿਲਾਂ ਆਇਆ ਸੀ ਉਸੇ ਪ੍ਰੋਸੈਸ ਨੂੰ ਆਪਾਂ ਪਹਿਲਾਂ ਐਗਜ਼ੀਕਿਊਟ ਕਰਨਾ ਹੈ। ਸੋ ਆਪਾਂ ਜਿਹੜਾ ਬਿਹੇਵੀਅਰ ਇੰਪਲੀਮੈਂਟ ਕਰਨਾ ਹੈ ਫੀਫੋ ਦਾ ਕਰਨਾ ਹੈ। तो ਜੇ ਤਾਂ CPU ਫ੍ਰੀ ਹੈ ਤਾਂ ਪ੍ਰੋਸੈਸ ਉਹਦੇ ਕੋਲ ਚਲੇ ਜਾਏਗਾ, CPU ਪ੍ਰੋਸੈਸ ਨੂੰ ਐਗਜ਼ੀਕਿਊਟ ਕਰੇਗਾ। तो ਜੇ CPU ਫ੍ਰੀ ਨਹੀਂ ਹੈ
ਤਾਂ ਜਿਹੜੇ ਵੀ ਪ੍ਰੋਸੈਸ ਆਏ ਨੇ ਐਗਜ਼ੀਕਿਊਟ ਹੋਣ ਵਾਸਤੇ ਉਹਨਾਂ ਸਾਰੇ ਨੂੰ ਆਪਾਂ ਕਿਊ ਡਾਟਾ ਸਟਰਕਚਰ ਦੇ ਵਿੱਚ ਰੱਖਾਂਗੇ। ਸੋ ਇਹ ਜੌਬ ਕਿਊ ਦਾ ਜਿਹੜਾ ਕਨਸੈਪਟ ਹੈ ਇਹ ਬੇਸਿਕਲੀ ਆਪਰੇਟਿੰਗ ਸਿਸਟਮ ਦਾ ਕਨਸੈਪਟ ਹੈ। ਸੋ ਆਪਰੇਟਿੰਗ ਸਿਸਟਮ ਦੀ ਇੱਕ ਵਰਕਿੰਗ ਦੇ ਵਿੱਚ ਕਿਊ ਜਿਹੜੇ ਹੈ ਇੱਕ ਬਹੁਤ ਹੀ ਅਹਿਮ ਯੋਗਦਾਨ ਪਾਉਂਦੇ ਨੇ, ਉਹਨਾਂ ਦਾ ਬਹੁਤ ਇੰਪੋਰਟੈਂਸ ਹੈ, ਕਿਉਂਕਿ ਵਿਦਆਊਟ ਜੌਬ ਕਿਊ ਜੇ ਤੁਸੀਂ ਕਿਊ ਨਹੀਂ ਬਣਾਓਗੇ ਤਾਂ ਜਿਹੜੇ ਵੀ ਪਿਛਲੇ ਪ੍ਰੋਸੈਸ ਹੈਗੇ ਨੇ, ਜਦੋਂ CPU ਪ੍ਰੋਸੈਸ 1 ਨੂੰ ਐਗਜ਼ੀਕਿਊਟ ਕਰ ਰਿਹਾ ਹੈ ਤਾਂ ਪ੍ਰੋਸੈਸ 2 ਔਰ ਪ੍ਰੋਸੈਸ 3 ਦੀ ਜੇ ਰਿਕੁਐਸਟ ਆਉਂਦੀ ਹੈ ਤੇ ਜੇ ਆਪਾਂ ਉਹਨਾਂ ਨੂੰ ਕਿਊ ਦੇ ਵਿੱਚ ਸਾਂਭ ਕੇ ਨਹੀਂ ਰੱਖਾਂਗੇ ਤਾਂ ਉਹ ਰਿਕੁਐਸਟ ਆਪਣੀ ਲੋਸਟ ਹੋ ਜਾਏਗੀ, ਜਿਹਦੇ ਨਾਲ ਤੁਹਾਡਾ ਆਪਰੇਟਿੰਗ ਸਿਸਟਮ ਪ੍ਰੋਪਰਲੀ ਕੰਮ ਨਹੀਂ ਕਰ ਪਾਏਗਾ। ਠੀਕ, ਉਸ ਤੋਂ ਬਾਅਦ ਜਿਹੜਾ ਨੈਕਸਟ ਆਪਣੇ ਕੋਲ ਆ ਜਾਂਦਾ ਵੇਟ ਕਿਊ। ਵਾਟ ਇਜ਼ ਵੇਟ ਕਿਊ? ਹੁਣ ਮੇਰੇ ਕੋਲ ਫਿਰ ਅਗੇਨ ਉਹੀ ਗੱਲ, ਪ੍ਰੋਸੈਸ ਹੈ ਆਪਰੇਟਿੰਗ ਸਿਸਟਮ, ਇਹ ਵੀ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦੀ ਹੈ। ਮੇਰੇ ਕੋਲ ਪ੍ਰੋਸੈਸ ਹੈ P1 P2 P3। P1 ਦੀ ਪ੍ਰੋਸੈਸਿੰਗ ਸਟਾਰਟ ਕਰਤੀ CPU ਨੇ, ਪ੍ਰੋਸੈਸਿੰਗ ਕਰਦੇ ਕਰਦੇ P2 ਦੀ ਰਿਕੁਐਸਟ ਆ ਗਈ ਔਰ P3 ਦੀ ਵੀ ਰਿਕੁਐਸਟ ਆ ਗਈ, ਦੋਨੋਂ ਕਿਊ ਦੇ ਵਿੱਚ ਲੱਗ ਗਏ। ਸੋ ਦਿਸ ਇਜ਼ ਮਾਈ ਜੌਬ ਕਿਊ। ਠੀਕ, ਐਂਡ ਉਸ ਤੋਂ ਬਾਅਦ CPU ਨੇ P1 ਪ੍ਰੋਸੈਸ ਨੂੰ ਸਟਾਪ ਹੋ ਗਿਆ ਡਿਊ ਟੂ ਸਮ ਯੂ ਕੈਨ ਸੇ ਇਨਪੁਟ, ਕਿ ਯੂਜ਼ਰ ਨੇ ਇਨਪੁਟ ਨਹੀਂ ਦਿੱਤੀ। ਠੀਕ ਆ, P1 ਦੇ ਵਿੱਚ ਇੱਕ ਰਿਕੁਐਸਟ ਆ ਗਈ ਕਿ ਉਹਨੇ ਯੂਜ਼ਰ ਤੋਂ ਇਨਪੁਟ ਲੈਣੀ ਸੀ, ਯੂਜ਼ਰ ਨੇ ਇਨਪੁਟ ਨਹੀਂ ਦਿੱਤੀ ਤਾਂ P1 ਸਟਾਪ ਹੋ ਗਿਆ। ਹੁਣ ਜਦੋਂ P1 ਸਟਾਪ ਹੋ ਗਿਆ ਐਟ ਦੈਟ ਟਾਈਮ P1 ਨੂੰ CPU ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਔਰ P2 ਜਿਹੜਾ ਹੈ ਉਹ CPU ਕੋਲ ਚਲ ਜਾਏਗਾ। CPU ਨੇ ਨੈਕਸਟ ਜੌਬ ਐਗਜ਼ੀਕਿਊਟ ਕਰਨੀ ਸ਼ੁਰੂ ਕਰ ਦੇਣੀ ਹੈ ਔਰ ਜਿਹੜਾ P1 ਸੀਗਾ ਉਹ ਆਪਣੇ ਕੋਲ ਵੇਟਿੰਗ ਸਟੇਟ ਦੇ ਵਿੱਚ ਚਲੇ ਗਿਆ। ਜਦੋਂ ਵੇਟਿੰਗ ਸਟੇਟ ਦੇ ਵਿੱਚ ਚਲੇ ਗਿਆ ਦੈਟ ਮੀਨਸ देयर इज अनदर काइंड ऑफ क्यू, ਵੇਟ ਕਿਊ। ਠੀਕ ਹੈ, ਉਸ ਤੋਂ ਬਾਅਦ P2, ਮੰਨ ਲਓ P2 ਨੇ ਵੀ ਇਨਪੁਟ ਆਊਟਪੁਟ ਲੈਣੀ ਸੀ, ਉਹਨੇ ਕੋਈ ਫਾਈਲ ਰੀਡ ਕਰਨੀ ਸੀ, ਫਾਈਲ ਅਵੇਲੇਬਲ ਨਹੀਂ ਹੋਈ ਜਾਂ ਨੈਟਵਰਕ ਤੋਂ ਡਾਟਾ ਆਉਣਾ ਸੀਗਾ, ਡਾਟਾ ਆਇਆ ਨਹੀਂ, ਤਾਂ P2 ਨੂੰ ਵੀ ਇੱਥੋਂ ਕੱਢ ਕੇ ਕਿੱਥੇ ਪਾ ਦੇਾਂਗੇ, P ਇੱਕ ਹੋਰ ਕਿਊ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਆ ਵੇਟ ਕਿਊ। ਸੋ ਜਦੋਂ ਇਹਨਾਂ ਦੀ ਵੇਟ ਓਵਰ ਹੋਏਗੀ ਤਾਂ ਕਿਹੜਾ ਪ੍ਰੋਸੈਸ ਪਹਿਲਾਂ ਚੱਲਣਾ ਚਾਹੀਦਾ, ਜਿਹੜਾ ਪਹਿਲਾਂ ਆਇਆ ਸੀਗਾ। ਸੋ P1 ਇੱਥੇ ਪਹਿਲਾਂ ਆਇਆ ਸੀ ਵੇਟਿੰਗ ਸਟੇਟ ਦੇ ਵਿੱਚ, ਫਿਰ P1 ਦਾ ਪ੍ਰੋਸੈਸ CPU ਕੋਲ ਜਾਏਗਾ, ਫਿਰ P2 ਦਾ ਪ੍ਰੋਸੈਸ CPU ਕੋਲ ਜਾਏਗਾ। ਸੋ ਅਗੇਨ ਉਹੀ ਬਿਹੇਵੀਅਰ, ਦੈਟ ਇਜ਼ ਫਰਸਟ ਇਨ ਫਰਸਟ ਆਊਟ ਬਿਹੇਵੀਅਰ ਆਪਾਂ ਨੂੰ ਚਾਹੀਦਾ ਹੈ। ਇਸ ਕਰਕੇ ਆਪਾਂ ਜਿਹੜੀ ਵੇਟ ਕਿਊ ਹੈ ਉਹਦੇ ਵਿੱਚ ਉਹਨੂੰ ਵੀ ਆਪਾਂ ਆਪਰੇਟਿੰਗ ਸਿਸਟਮ ਵਿੱਚ ਇੰਪਲੀਮੈਂਟ ਕਰਦੇ ਹਾਂ। ਸੋ ਇਹ ਦੋ ਤਰ੍ਹਾਂ ਦੀਆਂ ਕਿਊਜ਼ ਨੇ ਜਿਹੜੀਆਂ ਕਿ ਆਪਰੇਟਿੰਗ ਸਿਸਟਮ ਯੂਜ਼ ਕਰਦਾ ਹੈ ਸਾਰੇ ਪ੍ਰੋਸੈਸਸ ਨੂੰ ਮੈਨੇਜ ਕਰਨ ਵਾਸਤੇ, ਵੇਟ ਕਿਊ ਐਂਡ ਜੌਬ ਕਿਊ। ਉਸ ਤੋਂ ਬਾਅਦ ਰਾਊਟਿੰਗ ਕਿਊ, that is a part of networking, ਤੁਸੀਂ ਰਾਊਟਰਸ ਬਾਰੇ ਸੁਣਿਆ ਹੀ ਹੋਏਗਾ। ਸੋ ਜਿਹੜੀ ਟ੍ਰਾਂਸਮਿਸ਼ਨ ਹੁੰਦੀ ਹੈ ਨੋਡ 1 ਟੂ ਨੋਡ 2, ਨੋਡ 2 ਟੂ ਨੋਡ 3, ਠੀਕ ਹੈ। ਸੋ ਜਦੋਂ ਰਾਊਟਿੰਗ ਹੁੰਦੀ ਹੈ ਤਾਂ ਇਸ ਨੋਡ ਨੇ ਅਲੱਗ-ਅਲੱਗ ਨੋਡ ਨੂੰ ਪੈਕੇਟਸ ਭੇਜਣੇ ਨੇ। ਜਿਹੜਾ ਤੁਹਾਡਾ ਡੇਟਾ ਹੁੰਦਾ ਹੈ, ਡੇਟਾ ਡਿਵਾਈਡ ਹੋ ਜਾਂਦਾ ਹੈ ਪੈਕੇਟਸ ਦੇ ਵਿੱਚ। ਸੋ ਪੈਕੇਟ 1, ਪੈਕੇਟ 2, ਪੈਕੇਟ 3, ਠੀਕ ਹੈ, ਪੈਕੇਟ 4 ਐਂਡ ਸੋ ਔਨ। ਸੋ ਤੁਹਾਡਾ ਡੇਟਾ ਜਿਹੜਾ ਹੈ ਉਹ ਪੈਕੇਟ ਦੇ ਵਿੱਚ ਡਿਵਾਈਡ ਹੋਏਗਾ। ਪੈਕੇਟਸ ਇੱਕ ਰੂਟਰ ਤੋਂ ਦੂਸਰੇ ਰੂਟਰ ਤੇ ਟ੍ਰਾਂਸਫਰ ਹੁੰਦੇ ਨੇ ਸੋਰਸ ਤੋਂ। ਸੋ ਇਸ ਸਿਸਟਮ ਨੇ ਇਹ ਆਪਣਾ ਸੋਰਸ ਹੈ, ਸੋਰਸ 1, ਇਹ ਆਪਣਾ ਡੈਸਟੀਨੇਸ਼ਨ ਹੈ। ਇਸ ਸਿਸਟਮ ਨੇ ਸੋਰਸ ਤੋਂ ਡੈਸਟੀਨੇਸ਼ਨ ਵੱਲ ਡਾਟਾ ਸੈਂਡ ਕਰਨਾ ਹੈ, ਇਹ ਆਪਣਾ ਰਾਊਟਰ ਹੈ। ਤਾਂ ਉਹ ਡੇਟਾ ਜਿਹੜਾ ਹੈ ਉਹ ਪੈਕੇਟ ਦੇ ਵਿੱਚ ਡਿਵਾਈਡ ਹੋ ਜਾਏਗਾ। ਪਹਿਲਾ ਪੈਕੇਟ ਜਾਏਗਾ ਪੈਕੇਟ 1, ਫਿਰ ਦੂਸਰਾ ਪੈਕੇਟ ਜਾਏਗਾ ਪੈਕੇਟ 2। तो पैकेट 1 ਜਦੋਂ ਇੱਥੇ ਪਹੁੰਚ ਗਿਆ ਰਾਊਟਰ ਦੇ ਵਿੱਚ, ਜਦੋਂ ਤੱਕ ਉਹਨੂੰ ਪਾਥ ਫਾਈਂਡ ਆਊਟ ਨਹੀਂ ਹੁੰਦਾ ਤਾਂ ਉਹ ਪੈਕੇਟ 1 ਇੱਥੇ ਹੀ ਪਿਆ ਰਹਿਣਾ ਆ। ਸੋ ਰਾਊਟਰ ਨੇ ਪਾਥ ਨੂੰ ਵੀ ਫਾਈਂਡ ਆਊਟ ਕਰਨਾ, ਕਿਉਂਕਿ D1 ਤੱਕ ਪਹੁੰਚਣ ਲਈ ਉਹਨੂੰ ਇੰਟਰਨੈਟ ਦੇ ਵਿੱਚੋਂ ਦੀ ਹੋ ਕੇ ਜਾਣਾ ਪਏਗਾ। ਇੰਟਰਨੈਟ ਦੇ ਵਿੱਚ ਬਹੁਤ ਸਾਰੇ ਪਾਥ ਬਣੇ ਹੋਣਗੇ, ਇੱਧਰੋਂ ਜਾਏਗਾ ਜਾਂ ਉਧਰੋਂ ਜਾਏਗਾ। ਸੋ ਜਿਹੜੇ ਇਹ ਪਾਥ ਹੈ, ਜਦ ਤੱਕ ਉਹ ਪਾਥ ਫਾਈਂਡ ਆਊਟ ਨਹੀਂ ਹੁੰਦਾ ਪੈਕੇਟ ਜਿਹੜਾ ਹੈ ਉਹ ਉੱਥੇ ਪਿਆ ਰਹੇਗਾ। ਹੁਣ ਪੈਕੇਟ ਕੀ ਹੈ ਕਿ ਪਿੱਛੋਂ ਹੋਰ ਪੈਕੇਟ ਆ ਗਿਆ, ਸੈਕਿੰਡ ਪੈਕੇਟ ਵੀ ਆ ਗਿਆ, ਫਿਰ ਥਰਡ ਪੈਕੇਟ ਵੀ ਆ ਗਿਆ। ਸੋ ਜੇ ਇਹ ਪਹਿਲਾ ਪੈਕੇਟ ਹੱਲੇ ਅੱਗੇ ਮੂਵ ਨਹੀਂ ਕੀਤਾ ਤਾਂ ਸੈਕਿੰਡ ਪੈਕੇਟ ਕਿੱਥੇ ਜਾਏਗਾ? ਉਹਨੂੰ ਸਟੋਰ ਕਰਨ ਲਈ ਆਪਾਂ ਨੂੰ ਕੋਈ ਨਾ ਕੋਈ ਜਗ੍ਹਾ ਤਾਂ ਚਾਹੀਦੀ ਹੈ। ਦੈਟ ਮੀਨਸ ਰਾਊਟਰ ਦੇ ਵਿੱਚ ਆਪਾਂ ਇੱਕ ਮੈਮਰੀ ਏਰੀਆ ਬਣਾਵਾਂਗੇ ਜਿੱਥੇ ਆਪਾਂ ਪੈਕੇਟ 1 ਰੱਖਾਂਗੇ, ਫਿਰ ਪੈਕੇਟ 2 ਆ ਜਾਏਗਾ ਪਿੱਛੋਂ, ਫਿਰ ਪੈਕੇਟ 3 ਆ ਜਾਏਗਾ ਐਂਡ ਸੋ ਔਨ, ਪਿੱਛੇ ਪੈਕੇਟ ਆਈ ਜਾਣਗੇ। ਹੁਣ ਇਹਨਾਂ ਸਾਰੇ ਪੈਕੇਟ ਜਿਹੜੇ ਇੱਥੇ ਰਾਊਟਰ ਤੇ ਇਕੱਠੇ ਹੋ ਗਏ, ਉਹਨਾਂ ਪੈਕੇਟ ਦੇ ਵਿੱਚੋਂ ਸਭ ਤੋਂ ਪਹਿਲਾਂ ਜਦੋਂ ਹੀ ਪਾਥ ਲੱਭਿਆ ਆਪਾਂ ਨੂੰ ਤਾਂ ਸਭ ਤੋਂ ਪਹਿਲਾਂ ਕਿਹੜੇ ਪੈਕੇਟ ਨੇ ਜਾਣਾ ਹੈ? ਕੀ ਪੈਕੇਟ 3 ਪਹਿਲਾਂ ਜਾਏਗਾ ਕਿ ਪੈਕੇਟ 2 ਪਹਿਲਾਂ ਜਾਏਗਾ ਕਿ ਪੈਕੇਟ 1 ਪਹਿਲਾਂ ਜਾਏਗਾ? ਜੇ ਸਭ ਤੋਂ ਲਾਸਟ ਵਿੱਚ ਜਿਹੜਾ ਪੈਕੇਟ ਆਇਆ ਸੀ ਉਹਨੂੰ ਸਭ ਤੋਂ ਪਹਿਲਾਂ ਭੇਜ ਦਿੰਨੇ ਆ
ਤਾਂ ਉਹ ਆਪਣਾ ਲੀਫੋ ਬਿਹੇਵੀਅਰ ਹੋ ਗਿਆ, ਜਿਹੜਾ ਕਿ ਸਟੈਕ ਦਾ ਬਿਹੇਵੀਅਰ ਹੈ। ਬਟ ਆਪਾਂ ਨੂੰ ਕੀ ਚਾਹੀਦਾ ਕਿ ਜਿਹੜਾ ਪੈਕੇਟ ਸਭ ਤੋਂ ਪਹਿਲਾਂ ਆਇਆ ਸੀ ਉਹੀ ਪੈਕੇਟ ਸਭ ਤੋਂ ਪਹਿਲਾਂ ਬਾਹਰ ਜਾਏਗਾ। ਸੋ ਆਪਾਂ ਨੂੰ ਚਾਹੀਦਾ ਹੈ ਫੀਫੋ ਬਿਹੇਵੀਅਰ ਇੱਥੇ। ਸੋ ਫੀਫੋ ਬਿਹੇਵੀਅਰ ਨੂੰ ਇੰਪਲੀਮੈਂਟ ਕਰਨ ਲਈ ਰਾਊਟਰ ਦੇ ਅੰਦਰ ਇੱਕ ਕਿਊ ਬਣਾਈ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਰਾਊਟਿੰਗ ਕਿਊ। ਸੋ ਜਿੰਨੇ ਵੀ ਪੈਕੇਟਸ ਤੁਹਾਡੇ ਆਉਂਦੇ ਆ ਉਹ ਸਾਰੇ ਰਾਊਟਿੰਗ ਕਿਊ ਦੇ ਵਿੱਚ ਐਡ ਹੁੰਦੇ ਰਹਿੰਦੇ ਆ। ਐਡ ਹੋਣ ਤੋਂ ਬਾਅਦ ਜਿਉਂ ਹੀ ਤੁਹਾਨੂੰ ਪਾਥ ਮਿਲੇਗਾ ਤਾਂ ਉਹ that is basically buffering। ਸੋ ਜਿੱਥੇ ਵੀ ਤੁਹਾਨੂੰ ਬਫਰਿੰਗ ਦੀ ਜ਼ਰੂਰਤ ਪੈਂਦੀ ਹੈ ਕਿ ਡਾਟਾ ਟੈਂਪਰੇਰੀਲੀ ਆਪਾਂ ਨੇ ਸਟੋਰ ਕਰਕੇ ਰੱਖਣਾ ਹੈ, ਸੋ ਜਦੋਂ ਪਿੱਛੋਂ ਡਾਟਾ ਆ ਰਿਹਾ ਹੈ ਟੈਂਪਰੇਰੀਲੀ ਉਹਨੂੰ ਸਟੋਰ ਕਰਨਾ ਕਿਤੇ ਨਾ ਕਿਤੇ, ਤਾਂ ਉਹ ਕਿਸ ਤਰ੍ਹਾਂ ਸਟੋਰ ਕੀਤਾ ਜਾਏਗਾ? ਕੀ ਉਹ ਲੀਫੋ ਬਿਹੇਵੀਅਰ ਕਿ ਕੀ ਉਹ ਫੀਫੋ ਬਿਹੇਵੀਅਰ? ਫੀਫੋ ਮੀਨਸ ਫਸਟ ਇਨ ਫਸਟ ਆਊਟ, ਲੀਫੋ ਮੀਨਸ ਲਾਸਟ ਇਨ ਫਸਟ ਆਊਟ। ਸੋ ਆਪਾਂ ਨੂੰ ਇੱਥੇ ਕਿਊ ਵਾਲਾ ਬਿਹੇਵੀਅਰ ਚਾਹੀਦਾ ਜਿਹਦੇ ਵਿੱਚ ਜੋ ਸਭ ਤੋਂ ਪਹਿਲਾਂ ਆਇਆ ਸੀ ਉਹੀ ਸਭ ਤੋਂ ਪਹਿਲਾਂ ਬਾਹਰ ਨਿਕਲੇਗਾ। ਸੋ ਜਿੱਥੇ ਵੀ ਬਫਰਿੰਗ ਹੁੰਦੀ ਹੈ ਉਸ ਜਗ੍ਹਾ ਦੇ ਉੱਤੇ ਆਪਾਂ यूज करते हैं राउटिंग क्यू डाटा स्ट्रक्चर। तो क्यू डाटा स्ट्रक्चर दी ये एक होर एप्लीकेशन है कि और राउटर्स दे विच नेटवर्किंग दे विच भी यूज हुंदा है। थर्ड है इनपुट आउटपुट बफर। इनपुट आउटपुट बफर की है कि कीबोर्ड तो तुसी इनपुट दे रहे हो, आ तुहाडा कीबोर्ड बनया होया है ना ABCD। कीबोर्ड ने CPU ਨੂੰ डाटा सेंड करना है, CPU तो वो डाटा मॉनिटर दे ऊपर। सो एक इनपुट डिवाइसेस है, ठीक है, एक अपने को आउटपुट डिवाइस है, मॉनिटर हो गया या प्रिंटर हो गया, ठीक है। सो एक आउटपुट डिवाइस है। हुण जदों ਆਪਾਂ डेटा सेंड किया इनपुट ਦੇ ਵਿੱਚ ਆਪਾਂ कीबोर्ड तो A ਪ੍ਰੈਸ ਕੀਤਾ, ਫਿਰ B ਪ੍ਰੈਸ ਕੀਤਾ, ਫਿਰ C ਪ੍ਰੈਸ ਕੀਤਾ, ਤਾਂ ABC ਇੱਥੇ ਇੱਕ ਮੈਮਰੀ ਏਰੀਆ ਹੁੰਦਾ कीबोर्ड के अंदर ही हुंदा है। तो जेड़े भी आपां कीज प्रेस कर रहे हैं, तो जे ए पहलों प्रेस किया सीगा तां कंप्यूटर कोल मॉनिटर कोल जे मॉनिटर CPU किसी होर प्रोसैस का डाटा, सो इत्थे अपने कोल प्रोसैस P2 ਨੂੰ CPU एग्जीक्यूट कर रहा है और मैं इनपुट दे रहा प्रोसैस P1 वास्ते, तो वो इनपुट मैं तो कीबोर्ड तो बटन प्रेस करता ए चले गया हुण CPU ਕੋਲ, पर CPU ਤਾਂ ਵਿਹਲਾ ਨਹੀਂ ਹੈਗਾ, ਉਹ ਤਾਂ P2 ਨੂੰ ਪ੍ਰੋਸੈਸ ਕਰ ਰਿਹਾ ਸੀਗਾ। ਜਦੋਂ P2 ਨੂੰ ਪ੍ਰੋਸੈਸ ਕਰ ਰਿਹਾ ਸੀ ਤਾਂ ਡਾਟਾ P1 ਵਾਸਤੇ ਆਣਾ ਸੀ, ਤਾਂ ਉਹ ਡਾਟਾ ਨੂੰ ਕਿਤੇ ਨਾ ਕਿਤੇ ਟੈਂਪਰੇਰੀਲੀ ਆਪਾਂ ਸਟੋਰ ਕਰਾਂਗੇ। ਸੋ ਜੇ ਸਟੋਰ ਨਹੀਂ ਕਰਾਂਗੇ ਤਾਂ A ਤੋਂ ਬਾਅਦ ਜਦੋਂ ਮੈਂ B ਪ੍ਰੈਸ ਕੀਤਾ ਤਾਂ B ਨੇ A ਨੂੰ ਖਤਮ ਕਰ ਦੇਣਾ, ਤਾਂ ਉੱਥੇ B ਆ ਜਾਣਾ। तो उस तो बाद जो C प्रेस किया तो B खत्म हो जाना, C आ जाना। तो जे इनू आप स्टोर नहीं करांगे तो अपना डाटा लॉस हो ही जाएगा। तो दैट मीनस आपां नू किते ना किते अपना डेटा जिहड़ा है उन्नू स्टोर करन दी जरूरत पैंदी है। तो वो किस तरह स्टोर करना है उत्थे फिर अगेन कि ਉਹਦਾ ਬਿਹੇਵੀਅਰ ਕੀ ਹੋਏਗਾ? ਉਹਦਾ ਬਿਹੇਵੀਅਰ ਹੋਏਗਾ ਲਾਸਟ ਇਨ ਆਪਣਾ ਫਸਟ ਇਨ ਫਸਟ ਆਊਟ। ਜੇ ਮੈਂ ਪਹਿਲਾਂ A ਪ੍ਰੈਸ ਕੀਤਾ ਸੀਗਾ ਤਾਂ A ਹੀ ਅੱਗੇ ਜਾਏਗਾ, ਫਿਰ ਮੈਂ B ਪ੍ਰੈਸ ਕੀਤਾ ਸੀ ਤਾਂ B ਅੱਗੇ ਜਾਏਗਾ, ਜਦੋਂ ਮੈਂ C ਪ੍ਰੈਸ ਕੀਤਾ ਸੀ ਤਾਂ C ਅੱਗੇ ਜਾਏਗਾ। ਸੋ ਇਸ ਤਰ੍ਹਾਂ ਕਰਕੇ ABC ਜਿੰਨਾ ਵੀ ਤੁਹਾਡੇ ਕਰੈਕਟਰ ਤੁਸੀਂ ਪ੍ਰੋਸੈਸ ਕਰਦੇ ਹੋ ਪ੍ਰੈਸ ਕਰਦੇ ਹੋ ਬਟਨ, ਉਹ ਸਾਰੇ ਇੱਕ ਮੈਮਰੀ ਏਰੀਆ ਦੇ ਵਿੱਚ ਜਾਂਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਬਫਰ। ਸੋ ਦੈਟ ਇਜ਼ ਕਾਲਡ ਇਨਪੁਟ ਬਫਰ। ਸਿਮਿਲਰਲੀ ਪ੍ਰਿੰਟਰ ਦੇ ਉੱਤੇ ਜਦੋਂ ਆਪਾਂ ਪ੍ਰਿੰਟ ਆਊਟ ਦੇਣਾ ਹੈ, तो जे प्रिंटर पहली लाइन प्रिंट कर रहा है तो उस तो बाद उधरों पिछों CPU ने सैकेंड लाइन भी सेंड करती, फिर थर्ड लाइन भी सेंड करती, फोर्थ लाइन भी सेंड करती, वो सारियां लाइनां सेंड करती उन्हें। तो हुण प्रिंटर जो हले फर्स्ट लाइन ही प्रिंट कर रहा है तो बाकी दी लाइनां किधर जाणगियां? बाकी दा डेटा कित्थे जाएगा? दैट विल बी स्टोर्ड इन अ टेंपरेरी मेमोरी एरिया दैट इज कॉल्ड बफर, जिहदे विच पहली लाइन तो बाद की आपां पंजवीं लाइन प्रिंट कर सकते हैं, ठीक है, जहां आप 8वीं लाइन प्रिंट कर सकते हैं। फर्स्ट लाइन तो बाद सैकेंड लाइन ही प्रिंट होएगी, सैकेंड लाइन तो बाद थर्ड लाइन ही प्रिंट होएगी। अगेन आपां नू फीफो दा बिहेवियर चाहिदा है, तो मीन जिहड़ी लाइन पहलों आई सी ओही लाइन पहलां प्रिंट होनी चाहिदी है। तां उस जगह ते इस स्ट्रक्चर नू इंप्लीमेंट करन वास्ते भी आपां यूज करांगे क्यूज। सो क्यूज का बहुत इंपॉर्टेंट रोल है कंप्यूटर सिस्टम की इंप्लीमेंटेशन दे विच। बहुत सारिया चीज़ां जिहड़ियां ने उत्थे क्यू काम आती है। इंस्ट्रक्शन साइकिल वेरी इंपॉर्टेंट। जो सैट ऑफ इंस्ट्रक्शन कोई भी आप प्रोग्राम बनाने विच इज बेसिकली अ सीक्वेंस ऑफ इंस्ट्रक्शन, फर्स्ट इंस्ट्रक्शन, सैकेंड इंस्ट्रक्शन, थर्ड। तो जे तुसीं आर्कीटैक्चर पढ़िया होवे तां उहदे विच हुंदा फैच, डिकोड, एग्जीक्यूट, अगेन फैच, अगेन डिकोड, अगेन एग्जीक्यूट, ठीक है। तो जो आप फैच कर लेने तो फैच करन तो बाद फैच दे विच आपां किहड़ी इंस्ट्रक्शन फैच करनी है? जिहड़ी इंस्ट्रक्शन पहले नंबर से थी वो फैच होएगी। उस तो बाद जो फैच करनी है तो की आपां फोर्थ इंस्ट्रक्शन फैच कर सकते हैं या थर्ड इंस्ट्रक्शन
ਨਹੀਂ ਕਰ ਸਕਦੇ। ਸੋ ਜਿਹੜੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਵੀ ਆਪਾਂ ਕਿਸੇ ਨਾ ਕਿਸੇ ਸੀਕੁਐਂਸ ਦੇ ਵਿੱਚ ਉਸੇ ਸੀਕੁਐਂਸ 'ਚ ਰੱਖਣੀਆਂ ਜਿਹੜੀਆਂ ਕਿ ਫਸਟ ਇਨ ਫਸਟ ਆਊਟ। ਦੈਟ ਮੀਨਸ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਤੁਹਾਡਾ ਇੰਸਟਰਕਸ਼ਨ ਸਾਈਕਲ ਹੈ, ਉਹਦੇ ਜੋ ਫੈਚਿੰਗ ਹੈ ਉਹ ਵੀ ਉੱਥੇ ਵੀ ਤੁਹਾਡੀ ਕਿਊ ਜਿਹੜੀ ਹੈ ਉਹ ਜਨਰੇਟ ਹੁੰਦੀ ਹੈ। ਫੈਚਿੰਗ ਦੇ ਵਿੱਚ ਵੀ ਜਦੋਂ ਇੱਕ ਇੰਸਟਰਕਸ਼ਨ ਡੀਕੋਡ ਹੋ ਰਹੀ ਹੈ ਤਾਂ ਪਿੱਛੋਂ ਨੈਕਸਟ ਇੰਸਟਰਕਸ਼ਨ ਫੈਚ ਹੋ ਜਾਂਦੀ ਹੈ। ਜਦੋਂ ਉਹ ਹੱਲੇ ਉਹਦਾ ਪ੍ਰੋਸੈਸ ਚੱਲ ਰਿਹਾ ਹੁੰਦਾ ਤਾਂ ਪਿੱਛੋਂ ਹੋਰ ਅਗਲੀ ਇੰਸਟਰਕਸ਼ਨ ਫੈਚ ਹੋ ਜਾਂਦੀ ਹੈ। ਦੈਟ ਇਜ਼ ਪੈਰਲਲਿਜ਼ਮ, ਪਾਈਪਲਾਈਨਿੰਗ ਆਪਾਂ ਬਣਾ ਲੈਂਦੇ ਆ। ਤਾਂ ਉਹ ਜਿਹੜੀਆਂ ਇੰਸਟਰਕਸ਼ਨ ਫੈਚ ਕੀਤੀਆਂ ਨੇ ਉਹ ਆਪਾਂ ਉੱਥੇ ਕਿਊ ਦੇ ਵਿੱਚ ਰੱਖਦੇ ਆ, ਤਾਂ ਕਿ ਜਦੋਂ ਪਹਿਲੀ ਇੰਸਟਰਕਸ਼ਨ ਡੀਕੋਡ ਹੋ ਜਾਏ ਤਾਂ ਨੈਕਸਟ ਇੰਸਟਰਕਸ਼ਨ ਉਹੀ ਡੀਕੋਡ ਹੋਏਗੀ ਜਿਹੜੀ ਦੂਸਰੇ ਨੰਬਰ ਤੇ ਲਿਖੀ ਹੈ, ਨਾ ਕਿ ਚੌਥੇ ਨੰਬਰ ਵਾਲੀ। ਸੋ ਉਸ ਜਗ੍ਹਾ ਤੇ ਵੀ ਆਪਾਂ ਨੂੰ ਕਿਊ ਦੀ ਜ਼ਰੂਰਤ ਪੈਂਦੀ ਹੈ, ਕਿਊ ਡਾਟਾ ਸਟਰਕਚਰ ਦੀ। ਸੋ ਦੈਟ ਮੀਨਸ ਜੇ ਤੁਸੀਂ ਕਿਊ ਡਾਟਾ ਸਟਰਕਚਰ ਆਪਣੇ ਕੋਲ ਨਹੀਂ ਇੰਪਲੀਮੈਂਟ ਹੋਇਆ ਹੁੰਦਾ ਤਾਂ ਆਪਾਂ ਕੰਪਿਊਟਰ ਦੇ ਕੋਈ ਵੀ ਪ੍ਰੋਗਰਾਮ ਪ੍ਰੋਪਰਲੀ ਐਗਜ਼ੀਕਿਊਟ ਨਾ ਕਰ ਸਕਦੇ ਹੁੰਦੇ। ਸੋ ਆਪਾਂ ਇਹ ਦੇਖੋ, ਮਤਲਬ ਕਿਊ ਇੱਕ ਬਹੁਤ ਇੰਪੋਰਟੈਂਟ ਡਾਟਾ ਸਟਰਕਚਰ ਹੈ ਔਰ ਆਪਾਂ ਨੇ ਸਿਰਫ ਕੀ ਕਰਨਾ, ਫਸਟ ਇਨ ਫਸਟ ਆਊਟ ਦਾ ਜੋ ਬਿਹੇਵੀਅਰ ਹੈ ਉਹਨੂੰ ਇੰਪਲੀਮੈਂਟ ਕਰਨਾ ਹੈ ਉਸੇ ਮੈਮਰੀ ਦੇ ਵਿੱਚੋਂ ਜਿਹੜੀ ਕਿ ਇੱਕ ਲੀਨੀਅਰ ਹੈ। ਠੀਕ, ਸੋ ਲੀਨੀਅਰ ਮੈਮਰੀ ਹੈ ਆਪਣੇ ਕੋਲ, ਬਟ ਜਿਹੜਾ ਬਿਹੇਵੀਅਰ ਆਪਾਂ ਇੰਪਲੀਮੈਂਟ ਕਰਨਾ ਹੈ ਉਹ ਫਸਟ ਇਨ ਫਸਟ ਆਊਟ ਵਾਲਾ ਬਿਹੇਵੀਅਰ ਇੰਪਲੀਮੈਂਟ ਕਰਨਾ ਹੈ। ਸੋ ਇਹ ਆਪਾਂ ਕੋਲ ਮੈਂ ਇੱਕ ਪਿਕਟੋਰੀਅਲ ਡਾਇਗਰਾਮ ਆ ਗਈ ਜਿਹਦੇ ਵਿੱਚ ਆਪਾਂ ਕਿਊ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਸੋ ਆਪਣਾ ਕਿਊ ਦਾ ਨਾਮ ਹੈ ਆਈਟਮਸ, ਔਰ ਬਿਕੋਜ਼ ਇਟ ਇਜ਼ ਵਿਲ ਬੀ ਇੰਪਲੀਮੈਂਟਡ ਵਿਦ ਦ ਹੈਲਪ ਆਫ ਐਰੇ। ਤਾਂ ਉਹਦੇ ਇੰਡੈਕਸ ਨੰਬਰ ਹੋਣਗੇ 0 ਇੰਡੈਕਸ ਨੰਬਰ, 1 ਇੰਡੈਕਸ ਨੰਬਰ, 2 ਇੰਡੈਕਸ ਨੰਬਰ, ਅਪ ਟੂ ਜਿੰਨੀ ਵੀ ਸਾਈਜ਼ ਦੀ ਤੁਸੀਂ ਮੈਕਸਿਮਮ ਕਿਊ ਬਣਾਈ ਹੈ। ਸੋ ਜੇ ਮੇਰੇ ਕੋਲ 10 ਕਿਊ ਦਾ ਸਾਈਜ਼ 10 ਹੈ, ਦੈਟ ਮੀਨਸ ਆਈਟਮ ਮੇਰੇ ਕੋਲ 9 ਤੱਕ ਚੱਲੂਗਾ। ਦੈਟ ਮੀਨ 10 ਮਾਈਨਸ 1, ਇੰਡੈਕਸ ਨੰਬਰ 9 ਤੱਕ ਚੱਲੇਗਾ, ਬਟ ਮੇਰੇ ਕੋਲ ਟੋਟਲ ਐਲੀਮੈਂਟਸ ਜਿਹੜੇ ਨੇ ਕਿਊ ਦੇ ਵਿੱਚ ਉਹ 10 ਹੋਣਗੇ। ਠੀਕ, ਫਿਰ ਕਿਊ ਦੇ ਵਿੱਚ ਦੋ ਚੀਜ਼ਾਂ ਮੈਨੂੰ, ਜਿਵੇਂ ਸਟੈਕ ਦੇ ਵਿੱਚ ਇੱਕੋ ਪੁਆਇੰਟਰ ਚਾਹੀਦਾ ਸੀ ਜਿਹੜਾ ਕਿ ਸਟੈਕ ਦੀ ਟੌਪ ਪੋਜੀਸ਼ਨ ਨੂੰ ਪੁਆਇੰਟ ਕਰਦਾ ਸੀ। ਹੁਣ ਕਿਊ ਦਾ ਜਿਹੜਾ ਬਿਹੇਵੀਅਰ ਹੈ ਫਸਟ ਇਨ ਫਸਟ ਆਊਟ, ਉਹਦੇ ਵਿੱਚ ਜਦੋਂ ਆਪਾਂ ਬੰਦੇ ਨੇ ਐਡ ਹੋਣਾ ਹੈ, ਕਿਸੇ ਵੀ ਆਈਟਮ ਨੇ ਐਡ ਹੋਣਾ ਹੈ, ਦੈਟ ਐਡੀਸ਼ਨ ਵਿਲ ਬੀ ਐਟ ਦਾ ਲਾਸਟ ਪਲੇਸ ਬਟ ਰਿਮੂਵਲ ਵਿਲ ਬੀ ਫਰੋਮ ਦਾ ਫਰੰਟ ਸਾਈਡ। ਠੀਕ, ਸੋ ਆਪਾਂ ਨੂੰ ਦੋ ਪੁਆਇੰਟਰ ਚਾਹੀਦੇ ਨੇ, ਜਿਹੜਾ ਕਿ ਇੱਕ ਇਹ ਦੱਸੇਗਾ ਕਿ ਫਰੰਟ ਕੀ ਹੈ, ਕਿ ਕਿਊ ਦਾ ਫਰੰਟ ਕਿਹੜੀ ਇੰਡੈਕਸ ਨੰਬਰ ਤੇ ਹੈ, ਔਰ ਕਿਊ ਦੀ ਰੀਅਰ ਸਾਈਡ ਕਿਹੜੇ ਇੰਡੈਕਸ ਨੰਬਰ ਤੇ ਹੈ। ਕਿਉਂਕਿ ਜਦੋਂ ਆਪਾਂ ਇੰਸਰਸ਼ਨ ਕਰਨੀ ਹੋਵੇ ਆਪਾਂ ਰੀਅਰ ਨੂੰ ਇਨਕਰੀਮੈਂਟ ਕਰਾਂਗੇ ਤੇ ਉਸ ਜਗ੍ਹਾ ਤੇ ਨਵਾਂ ਐਲੀਮੈਂਟ ਐਡ ਕਰ ਦਿਆਂਗੇ। ਜਦੋਂ ਆਪਾਂ ਡਿਲੀਸ਼ਨ ਕਰਨੀ ਹੈ, ਕਿਊ ਦੇ ਵਿੱਚੋਂ ਵੈਲਿਊ ਰਿਮੂਵ ਕਰਨੀ ਹੈ, ਤਾਂ ਆਪਾਂ ਫਰੰਟ ਨੂੰ ਇੱਥੋਂ ਫਰੰਟ ਵਾਲੀ ਪੋਜੀਸ਼ਨ ਤੋਂ ਐਲੀਮੈਂਟ ਕੱਢਾਂਗੇ ਤੇ ਫਰੰਟ ਨੂੰ ਇੱਕ ਇਨਕਰੀਮੈਂਟ ਕਰ ਦਿਆਂਗੇ। ਸੋ ਆਪਾਂ ਨੂੰ ਦੋ ਪੁਆਇੰਟਰ ਚਾਹੀਦੇ ਨੇ ਇਸ ਕੇਸ ਦੇ ਵਿੱਚ, ਇੱਕ ਫਰੰਟ ਵਾਸਤੇ ਤੇ ਇੱਕ ਰੀਅਰ ਵਾਸਤੇ। ਦੈਨ ਕਿਊ ਨੂੰ ਡਿਕਲੇਅਰ ਕਰਨ ਲਈ ਤੁਸੀਂ ਸਟਰਕਚਰ ਵੀ ਯੂਜ਼ ਕਰ ਸਕਦੇ ਹੋ, ਤੁਸੀਂ ਕਲਾਸਿਸ ਵੀ ਯੂਜ਼ ਕਰ ਸਕਦੇ ਹੋ। ਜੇ ਸਟਰਕਚਰ ਯੂਜ਼ ਕਰਨਾ ਹੈ ਤਾਂ ਆਪਾਂ ਲਿਖਾਂਗੇ ਸਟਰਕਟ ਕਿਊ, ਇੱਥੇ ਕੋਈ ਵੀ ਨਾਮ ਤੁਸੀਂ ਯੂਜ਼ ਕਰ ਸਕਦੇ ਹੋ। ਇੰਟੀਜਰ ਇੱਕ ਆਪਾਂ ਨੂੰ ਫਰੰਟ ਚਾਹੀਦਾ ਹੈ, ਇੰਟੀਜਰ ਇੱਕ ਆਪਾਂ ਨੂੰ ਰੀਅਰ ਚਾਹੀਦਾ ਹੈ। ਇੱਕ ਮੈਂ ਇੰਟੀਜਰ ਨਾਮ ਦੀ ਆਈਟਮਸ ਨਾਮ ਦੀ ਐਰੇ ਕ੍ਰੀਏਟ ਕਰ ਲਈ, ਡਾਟਾ ਟਾਈਪ ਇੰਟੀਜਰ ਹੈ, ਔਰ ਉਹਦਾ ਸਾਈਜ਼ ਜਿਹੜਾ ਹੋਏਗਾ ਦੈਟ ਇਜ਼ ਮੈਕਸ ਕਿਊ, ਜਿਹੜਾ ਕਿ ਆਪਾਂ ਪਹਿਲਾਂ ਹੀ ਡਿਫਾਈਨ ਕਰਤਾ ਕਿ 50 ਐਲੀਮੈਂਟਸ ਉਹਦੇ ਵਿੱਚ ਆ ਸਕਦੇ ਆ। तो इसे चीज ਨੂੰ ਤੁਸੀਂ ਕਲਾਸ ਦੇ ਹਿਸਾਬ ਨਾਲ ਵੀ ਇੰਪਲੀਮੈਂਟ ਕਰ ਸਕਦੇ ਹੋ। तो ਜੇ ਮੈਂ ਕਲਾਸ ਬਣਾਵਾਂਗਾ ਤਾਂ ਆਈ ਕੈਨ ਰਾਈਟ ਕਲਾਸ QUEUQ। तो ਇਹਦੇ ਵਿੱਚ ਮੇਰੇ ਕੋਲ ਪ੍ਰਾਈਵੇਟ ਵੇਰੀਏਬਲਸ ਹੋਣਗੇ ਜਿਨ੍ਹਾਂ ਦੇ ਨਾਮ ਹੋਣਗੇ ਇੰਟੀਜਰ, ਫਰੰਟ, ਕੌਮਾ ਰੀਅਰ। ਠੀਕ ਹੈ, ਐਂਡ ਮੇਰੇ ਕੋਲ ਇੱਕ ਪ੍ਰਾਈਵੇਟ ਹੋਏਗਾ ਇੰਟੀਜਰ, ਆਈਟਮਸ, ਔਰ ਮੇਰੇ ਕੋਲ ਇੱਥੇ ਤੁਸੀਂ ਮੈਕਸ ਕਿਊ। ਠੀਕ, ਸੋ ਇਹ ਆਪਣਾ ਕਿਊ ਦੀ ਕਲਾਸ ਦੀ ਡੈਫੀਨੇਸ਼ਨ ਹੋਏਗੀ। ਇਸ ਤੋਂ ਇਲਾਵਾ ਜੋ ਆਪਾਂ ਨੂੰ ਚਾਹੀਦਾ ਹੈ, ਹੁਣ ਜਦੋਂ ਆਪਾਂ ਸੀ ਲੈਂਗੁਏਜ ਪ੍ਰੋਗਰਾਮਿੰਗ ਕਰਦੇ ਹਾਂ ਤਾਂ ਆਪਾਂ ਇੱਥੇ ਕਿਊ ਦੇ ਵਿੱਚ ਇਨਸਰਟ ਕਰਨ ਲਈ, ਕਿਊ ਦੇ ਵਿੱਚੋਂ ਡਿਲੀਟ ਕਰਨ ਲਈ ਉਹ ਸਾਰੇ ਮੈਥਡ ਆਪਾਂ ਨੂੰ ਡਿਫਾਈਨ ਕਰਨੇ ਪੈਣਗੇ, ਬਟ ਉਹ ਸਟਰਕਚਰ ਦਾ ਹਿੱਸਾ ਨਹੀਂ ਹੋਣਗੇ। ਬਟ ਜਦੋਂ ਆਪਾਂ ਕਲਾਸਿਸ ਬਣਾਵਾਂਗੇ ਤਾਂ ਇਹ ਸਾਰੇ ਮੈਥਡ ਜਿਹੜੇ ਆ ਉਹ ਸਾਡੀ ਕਲਾਸ ਦਾ ਹਿੱਸਾ ਹੋਣਗੇ। ਤਾਂ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਸਾਰੇ ਮੈਥਡ ਨੂੰ ਮੇਰੇ ਹਿਸਾਬ ਨਾਲ ਤਾਂ ਤੁਸੀਂ ਕਲਾਸ ਦੇ ਨਾਲ ਹੀ ਇੰਪਲੀਮੈਂਟ ਕਰਨਾ। ਜੋ ਇੱਥੇ ਮੈਂ ਦਿਖਾ ਰਿਹਾ ਉਹ ਅਗੇਨ ਸੀ ਲੈਂਗੁਏਜ ਦਾ ਸਟਰਕਚਰ ਹੈ, ਬਟ ਅਲਟੀਮੇਟਲੀ ਆਪਾਂ ਕਲਾਸ ਵਾਲੇ ਸਟਰਕਚਰ ਨੂੰ ਹੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਸ ਤੋਂ ਬਾਅਦ ਆਪਰੇਸ਼ਨ ਜਿਹੜੇ ਆਪਾਂ ਕਰਨੇ ਆ ਕਿ ਕਿਊ ਨੂੰ ਇਨੀਸ਼ੀਅਲਾਈਜ਼ ਕਰਨਾ, ਉਹਦੇ ਵਿੱਚ ਵੈਲਿਊਜ਼ ਨੂੰ ਇਨਸਰਟ ਕਰਨਾ ਐਟ ਦਾ ਰੀਅਰ ਸਾਈਡ। ਵੈਲਿਊਜ਼ ਜਦੋਂ ਰਿਮੂਵ ਕਰਾਂਗੇ ਤਾਂ ਹਮੇਸ਼ਾ ਫਰੰਟ ਸਾਈਡ ਤੋਂ ਰਿਮੂਵ ਹੋਣੀ ਚਾਹੀਦੀਆਂ ਨੇ। ਇਹ ਚੈੱਕ ਕਰਨਾ ਕਿ ਕਿਊ ਐਮਪਟੀ ਹੈ, ਇਹ ਚੈੱਕ ਕਰਨਾ ਕਿ ਕਿਊ ਫੁੱਲ ਹੋ ਗਈ, ਜਿਹਨੂੰ ਆਪਾਂ ਅੰਡਰਫਲੋ ਜਾਂ ਓਵਰਫਲੋ ਦੀਆਂ ਕੰਡੀਸ਼ਨਸ ਵੀ ਕਹਿੰਦੇ ਆ।
ਤੇ ਕਈ ਵਾਰੀ ਇਹ ਵੀ ਚੈੱਕ ਕਰਨਾ ਹੁੰਦਾ ਹੈ ਕਿ ਕਿਊ ਦਾ ਸਾਈਜ਼ ਕਿੰਨਾ ਆ। ਤੋ ਇਸ ਦੀ ਤਾਂ ਕਦੇ ਵੀ ਰੇਅਰਲੀ ਲੋੜ ਪੈਂਦੀ ਹੈ, ਬਟ ਆ ਜਿਹੜੇ ਚਾਰ ਹੈਗੇ ਨੇ ਪ੍ਰੋਗਰਾਮ ਆਪਣੇ ਫੰਕਸ਼ਨਸ ਆਪਰੇਸ਼ਨਸ, ਇਹ ਤੁਹਾਡੇ ਜ਼ਰੂਰ ਇੰਪਲੀਮੈਂਟ ਹੋਣੇ ਚਾਹੀਦੇ ਨੇ। ਤੋ ਇਹਨਾਂ ਨੂੰ ਇੰਪਲੀਮੈਂਟ ਕਰਨ ਲਈ ਆਪਾਂ 1 by 1 ਚੈੱਕ ਕਰਦੇ ਹਾਂ ਕਿ ਇਹ ਇਹਨਾਂ ਦਾ ਕੀ ਲੌਜਿਕ ਹੋਏਗਾ। ਸੋ ਜਦੋਂ ਇਨੀਸ਼ੀਅਲਾਈਜ਼ ਕਰਨਾ ਕਿਊ ਨੂੰ, ਇਹਦਾ ਕੀ ਮਤਲਬ ਹੈ, ਜਦੋਂ ਇਨਸਰਟ ਕਰਨਾ ਇਹਦਾ ਕੀ ਮਤਲਬ ਹੈ। ਸੋ ਆਪਾਂ 1 by 1 ਸਾਰੀਆਂ ਚੈੱਕ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਨੀਸ਼ੀਅਲਾਈਜ਼ ਕਰਨਾ। ਸੋ ਕਿਊ ਨੂੰ ਇਨੀਸ਼ੀਅਲਾਈਜ਼ ਕਰਨ ਦਾ ਕੀ ਮਤਲਬ ਹੈ? ਸੋ ਦੈਟ ਮੀਨਸ ਕਿਊ ਇਜ਼ ਇਨੀਸ਼ੀਅਲਾਈਜ਼ਡ ਬਾਈ ਹੈਵਿੰਗ ਦਾ ਰੀਅਰ ਸੈਟ ਟੂ -1 ਐਂਡ ਫਰੰਟ ਸੈਟ ਟੂ 0। ਜਿਵੇਂ ਸਟੈਕ ਆਪਾਂ ਇਨੀਸ਼ੀਅਲਾਈਜ਼ ਕਰਦੇ ਸੀ ਤਾਂ ਆਪਾਂ ਲਿਖ ਦਿੰਦੇ ਸੀ ਟੌਪ ਇਜ਼ ਇਕੁਅਲ ਟੂ -1, ਬਟ ਜਦੋਂ ਆਪਾਂ ਕਿਊ ਨੂੰ ਇਨੀਸ਼ੀਅਲਾਈਜ਼ ਕਰਨਾ ਹੈ ਤਾਂ ਆਪਾਂ ਕਿਉਂਕਿ ਆਪਾਂ ਦੋ ਵੇਰੀਏਬਲ ਬਣਾਏ ਹੋਏ ਨੇ, ਇੱਕ ਰੀਅਰ ਹੈ ਤੇ ਇੱਕ ਫਰੰਟ ਹੈ, ਤਾਂ ਦੋਨਾਂ ਦੀ ਵੈਲਿਊ ਨੂੰ ਸੈੱਟ ਕਰਨਾ ਪਏਗਾ। ਸੋ ਆਪਾਂ ਕੰਸਟਰਕਟਰ ਬਣਾਵਾਂਗੇ ਜਿਹਦੇ ਵਿੱਚ ਆਪਾਂ ਲਿਖ ਦਿਆਂਗੇ ਫਰੰਟ ਇਜ਼ ਇਕੁਅਲ ਟੂ 0, ਰੀਅਰ ਇਜ਼ ਇਕੁਅਲ ਟੂ -1। ਸੋ ਜਦੋਂ ਰੀਅਰ ਦੀ ਵੈਲਿਊ -1 ਹੈ, ਫਰੰਟ ਦੀ ਵੈਲਿਊ 0 ਹੈ, ਇਹਦਾ ਮਤਲਬ ਕੀ ਹੈ ਕਿ ਆਪਣੀ ਜਿਹੜੀ ਕਿਊ ਹੈ ਉਹ ਹਲੇ ਐਮਪਟੀ ਹੈ, ਉਹਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈਗਾ। ਸੋ ਮੈਕਸਿਮਮ ਨੰਬਰ ਆਫ ਐਲੀਮੈਂਟ ਜਿਹੜੇ ਆਪਾਂ ਯੂਜ਼ ਕਰਨੇ ਆ ਦੈਟ ਇਜ਼ ਅਬਾਊਟ ਮੈਕਸ ਕਿਊ, ਜਿਹੜਾ ਕਿ ਆਪਾਂ ਪਹਿਲਾਂ ਹੀ ਡਿਫਾਈਨ ਕਰ ਸਕਦੇ ਹਾਂ। ਸੋ ਇਨੀਸ਼ੀਅਲਾਈਜ਼ ਕਰਨ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਆਪਾਂ ਕੰਸਟਰਕਟਰ ਦੇ ਵਿੱਚ ਦੋ ਵੇਰੀਏਬਲ ਦੀਆਂ ਵੈਲਿਊਜ਼ ਨੂੰ ਸੈੱਟ ਕਰਾਂਗੇ, ਪਹਿਲਾ ਵੇਰੀਏਬਲ ਰੀਅਰ ਤੇ ਦੂਸਰਾ ਵੇਰੀਏਬਲ ਫਰੰਟ। ਠੀਕ, ਸੋ ਇਸ ਤੋਂ ਬਾਅਦ ਜਿਹੜਾ ਹੈ ਇੰਸਰਸ਼ਨ। ਇੰਸਰਸ਼ਨ ਦਾ ਜਿਹੜਾ ਲੌਜਿਕ ਹੈ, ਇੰਸਰਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈ, ਆਪਾਂ ਇੱਕ ਕਿਊ ਲੈਣੀ ਹੈ ਔਰ ਉਹਦੇ ਵਿੱਚ ਇੱਕ ਆਈਟਮ ਨੂੰ ਇਨਸਰਟ ਕਰ ਦੇਣਾ ਹੈ। ਜੇ ਤੁਸੀਂ ਸਟਰਕਚਰ ਦੇ ਹਿਸਾਬ ਨਾਲ ਸੀ ਲੈਂਗੁਏਜ ਦੇ ਵਿੱਚ ਪ੍ਰੋਗਰਾਮ ਬਣਾਓਗੇ ਤਾਂ ਤੁਹਾਡਾ ਇਨਸਰਟ ਦਾ ਜਿਹੜਾ ਹੈ ਉਹ ਇੱਕ ਕਿਊ, ਪਹਿਲਾ ਆਰਗੂਮੈਂਟ ਕਿਊ ਦਾ ਨਾਮ ਹੋਏਗਾ, ਦੂਸਰਾ ਆਰਗੂਮੈਂਟ ਐਲੀਮੈਂਟ ਹੋਏਗਾ। ਬਟ ਜੇ ਤੁਸੀਂ ਕਲਾਸਿਸ ਦੇ ਵਿੱਚ ਇਨਸਰਟ ਪ੍ਰੋਗਰਾਮ ਬਣਾਓਗੇ ਕਲਾਸ ਦੇ ਅੰਦਰ, ਤਾਂ ਤੁਸੀਂ ਇੱਥੇ ਸਿਰਫ ਐਲੀਮੈਂਟ ਹੀ ਪਾਸ ਕਰਨਾ ਹੈ, ਕਿਊ ਦਾ ਨਾਮ ਪਾਸ ਕਰਨ ਦੀ ਲੋੜ ਇਸ ਜਗ੍ਹਾ ਤੇ ਨਹੀਂ ਪਏਗੀ। ਸੋ ਅਕੋਰਡਿੰਗ ਟੂ ਯੂਅਰ ਇੰਪਲੀਮੈਂਟੇਸ਼ਨ ਤੁਹਾਡਾ ਜਿਹੜਾ ਇਹ ਹੈ ਸਟਰਕਚਰ ਉਹ ਚੇਂਜ ਹੋ ਜਾਏਗਾ। ਸੋ ਉਹਦੀ ਐਪਲੀਕੇਸ਼ਨ ਜਿਹੜੀ ਆ ਉਹਨੂੰ ਲਿਖਣ ਦਾ ਤਰੀਕਾ ਜਿਹੜਾ ਹੈ ਉਹ ਚੇਂਜ ਹੋ ਜਾਣਾ ਆ। ਸੋ ਇਨਸਰਟ ਮੈਥਡ ਜੇ ਤੁਸੀਂ ਬਣਾਉਣਾ ਹੈ ਸੀ ਲੈਂਗੁਏਜ ਦੇ ਵਿੱਚ ਤਾਂ ਇਸ ਤਰ੍ਹਾਂ ਬਣੇਗਾ, ਤੇ ਜੇ ਤੁਸੀਂ ਕਲਾਸ ਦੇ ਵਿੱਚ ਬਣਾਉਣਾ ਹੈ ਤਾਂ ਸਿੰਪਲ ਆਪਾਂ ਐਲੀਮੈਂਟ ਦਾ ਨਾਮ ਲਿਖਾਂਗੇ, ਕਿਊ ਦਾ ਨਾਮ ਲਿਖਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜਦੋਂ ਉਸ ਮੈਥਡ ਨੂੰ ਕਾਲ ਕਰਾਂਗੇ ਤਾਂ ਜਿਹੜੇ ਆਬਜੈਕਟ ਨੇ ਕਾਲ ਕੀਤਾ ਸੀ ਉਸੇ ਆਬਜੈਕਟ ਦੀ ਗੱਲ ਹੋ ਰਹੀ ਹੈ, ਇਸ ਕਰਕੇ ਆਪਾਂ ਨੂੰ ਆਬਜੈਕਟ ਨੂੰ ਆਇਡੈਂਟੀਫਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੋ ਐਨ ਆਈਟਮ ਇਜ਼ ਇਨਸਰਟਡ ਐਟ ਦਾ ਰੀਅਰ ਆਫ ਦੀ ਕਿਊ। ਹੁਣ ਇੰਸਰਸ਼ਨ ਦੇ ਵਿੱਚ ਕੀ ਕਰਨਾ ਹੈ ਕਿ ਆਪਾਂ ਆਈਟਮ ਕਿੱਥੇ ਐਂਟਰ ਕਰਨੀ ਹੈ, ਹਮੇਸ਼ਾ ਰੀਅਰ ਦੇ ਵਿੱਚ। ਆਈਟਮ ਕਿੱਥੇ ਐਂਟਰ ਹੋਣੀ ਹੈ, ਹਮੇਸ਼ਾ ਰੀਅਰ ਸਾਈਡ ਆਫ ਦੀ ਕਿਊ। ਸੋ ਰੀਅਰ ਸਾਈਡ ਆਫ ਦਾ ਕਿਊ ਮੀਨਸ ਕਿ ਆਪਾਂ ਰੀਅਰ ਦੀ ਵੈਲਿਊ ਨੂੰ ਇੱਕ ਵਧਾ ਦੇਵਾਂਗੇ ਔਰ ਆਈਟਮ ਜਿਹੜੀ A ਜਿਹੜੀ ਹੈ, ਸੋ ਇਨੀਸ਼ੀਅਲੀ ਰੀਅਰ ਦੀ ਵੈਲਿਊ ਸੀਗੀ -1, ਰੀਅਰ ਸੀਗਾ -1, ਸੋ -1 ਤੋਂ ਰੀਅਰ ਨੂੰ ਲੈ ਕੇ ਆਏ 0 ਦੇ ਉੱਪਰ ਔਰ ਉਸ ਜਗ੍ਹਾ ਤੇ ਵੈਲਿਊ ਇਨਸਰਟ ਕਰਤੀ। ਸੋ ਦੋ ਹੀ ਸਟੈਪ ਨੇ, ਪਹਿਲਾਂ ਰੀਅਰ ਦੀ ਵੈਲਿਊ ਨੂੰ ਇਨਕਰੀਮੈਂਟ ਕਰਾਂਗੇ, ਫਿਰ ਉੱਥੇ ਰੀਅਰ ਜਿੱਥੇ ਪੁਆਇੰਟ ਕਰ ਰਿਹਾ ਉਸ ਪੋਜੀਸ਼ਨ ਤੇ ਆਈਟਮ ਨੂੰ ਇਨਸਰਟ ਕਰ ਦਿਆਂਗੇ। ਫਿਰ ਦੁਬਾਰਾ ਕਰਨਾ ਹੈ ਅਗੇਨ ਉਹੀ ਸਟੈਪ, ਰੀਅਰ ਦੀ ਵੈਲਿਊ ਨੂੰ ਇਨਕਰੀਮੈਂਟ ਕਰਾਂਗੇ, ਜਿੱਥੇ ਉਹ ਪੁਆਇੰਟ ਕਰ ਰਿਹਾ ਉਸ ਜਗ੍ਹਾ ਤੇ ਐਲੀਮੈਂਟ ਐਡ ਕਰ ਦਿਆਂਗੇ। ਫਿਰ ਉਹੀ ਸਟੈਪ, ਰੀਅਰ ਦੀ ਵੈਲਿਊ ਨੂੰ ਇਨਕਰੀਮੈਂਟ ਕਰਾਂਗੇ ਔਰ ਜਿੱਥੇ ਆਈਟਮ ਇਨਸਰਟ ਕਰਨੀ ਹੈ, ਜਿੱਥੇ ਰੀਅਰ ਪੁਆਇੰਟ ਕਰ ਰਿਹਾ ਉਸ ਜਗ੍ਹਾ ਤੇ ਆਈਟਮ ਨੂੰ ਇਨਸਰਟ ਕਰ ਦਿਆਂਗੇ। तो ये इंसर्शन ਦਾ ਲੌਜਿਕ ਹੋ ਗਿਆ, ਵੈਰੀ ਸਿੰਪਲ ਲੌਜਿਕ। ਤਾਂ ਆਪਾਂ ਕੀ ਸਮਝਿਆ ਕਿ ਆਪਾਂ ਨੇ ਜਦੋਂ ਵੀ ਇਨਸਰਟ ਕਰਨਾ ਹੈ ਤਾਂ ਰੀਅਰ ਐਲੀਮੈਂਟ ਨੂੰ, ਰੀਅਰ ਦੀ ਵੈਲਿਊ ਨੂੰ 1 ਇਨਕਰੀਮੈਂਟ ਕਰਨਾ ਹੈ ਔਰ ਜਿੱਥੇ ਉਹ ਪੁਆਇੰਟ ਕਰ ਰਿਹਾ ਉਸ ਜਗ੍ਹਾ ਤੇ ਆਪਾਂ, ਠੀਕ। ਸੋ ਇਹ ਆਪਣਾ ਐਲਗੋਰਿਦਮ ਹੋ ਗਿਆ ਇੰਸਰਸ਼ਨ ਦਾ। void insert ਕਿਉਂਕਿ ਇਹਨੇ ਕੁਝ ਵੀ ਰਿਟਰਨ ਨਹੀਂ ਕਰਨਾ, ਵੈਲਿਊ ਇਨਸਰਟ ਕਰਨੀ ਹੈ, तो ਇਹਦੀ ਰਿਟਰਨ ਟਾਈਪ ਹੋ ਜਾਏਗੀ void। ਵੈਲਿਊ ਹੋ ਗਈ ਕਰੈਕਟਰ ਟਾਈਪ ਦੀ, ਜੋ ਵੀ ਆਪਾਂ ਐਂਟਰ ਕਰਨਾ ਕਿਊ ਦੇ ਵਿੱਚ x। ਪਹਿਲਾਂ ਆਪਾਂ ਚੈੱਕ ਕਰਾਂਗੇ ਓਵਰਫਲੋ ਵਾਸਤੇ, ਓਵਰਫਲੋ ਦੀ ਕੰਡੀਸ਼ਨ ਕੀ ਹੋਏਗੀ, ਕਰਦੇ ਕਰਦੇ ਜਦੋਂ ਇਹ ਰੀਅਰ ਚੱਲਦਾ 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 ਜਦੋਂ ਇੱਥੇ ਪਹੁੰਚ ਗਿਆ, ਰੀਅਰ ਦੀ ਵੈਲਿਊ ਇੱਥੇ ਪਹੁੰਚ ਗਈ, ਉਸ ਤੋਂ ਬਾਅਦ ਕਿਉਂਕਿ ਅੱਗੇ ਹੋਰ ਕੋਈ ਸਪੇਸ ਆਪਣੇ ਕੋਲ ਨਹੀਂ ਹੈ, तो ਇੱਥੇ ਪਹੁੰਚ ਗਈ, ਕਿਵੇਂ ਪਤਾ ਲੱਗੇਗਾ, ਲਾਸਟ ਪੋਜੀਸ਼ਨ ਤੇ ਪਹੁੰਚ ਗਈ ਜਦੋਂ ਰੀਅਰ ਦੀ ਵੈਲਿਊ ਮੈਕਸ ਕਿਊ -1 ਦੇ ਬਰਾਬਰ ਹੋ ਜਾਏਗੀ। तो ਆਪਾਂ ਇਸੇ ਕੰਡੀਸ਼ਨ ਨੂੰ ਚੈੱਕ ਕਰਾਂਗੇ, if q dot rear is equal to max q -1 ਤਾਂ ਆਪਾਂ ਲਿਖਾਂਗੇ q is full ਤੇ ਆਪਾਂ ਐਲੀਮੈਂਟ ਐਡ ਨਹੀਂ ਕਰਨਾ, ਨਹੀਂ ਤਾਂ ਐਲਸ ਪਾਰਟ ਦੇ ਵਿੱਚ ਜੇ ਕੰਡੀਸ਼ਨ ਫਾਲਸ ਹੈ ਫਿਰ ਕੀ ਕਰਨਾ ਹੈ, ਰੀਅਰ ਦੀ ਵੈਲਿਊ ਇੱਕ ਇਨਕਰੀਮੈਂਟ ਕਰਨੀ ਹੈ ਔਰ ਆਈਟਮ ਦੀ ਰੀਅਰ ਪੋਜੀਸ਼ਨ ਦੇ ਵਿੱਚ x ਦੀ ਵੈਲਿਊ ਐਡ ਕਰ ਦੇਣੀ ਹੈ।
ठीक। सो ये 2 लाइनां दे नाल तुहाडा इंसर्शन लॉजिक जिहड़ा है वो कंप्लीट हो जाता है। जिहड़ी ये इंप्लीमेंटेशन है ये सी लैंग्वेज दी है, बट तुसीं इहनूं सी प्लस प्लस दे विच कन्वर्ट कर लेना। तो कोशिश करो कि तुसीं सी प्लस प्लस दे कोड ही यूज करने हैं। ਜਦੋਂ C++ ਦੇ ਕੋਡ ਯੂਜ਼ ਕਰਾਂਗੇ ਤਾਂ ਇੱਥੇ ਆ ਕਿਊ ਲਿਖਣ ਦੀ ਲੋੜ ਨਹੀਂ ਪਏਗੀ। ਤੁਸੀਂ ਲਿਖੋਗੇ ਰੀਅਰ = ਮੈਕਸ ਕਿਊ ਤੇ ਰੀਅਰ ਪਲੱਸ ਪਲੱਸ ਤੇ ਆ ਕਿਊ ਜਿਹੜਾ ਹੈ ਇਹਨੂੰ ਲਿਖਣ ਦੀ ਜ਼ਰੂਰਤ ਕਿਸੇ ਵੀ ਲੋਕੇਸ਼ਨ ਤੇ ਨਹੀਂ ਪੈਣੀ। ਠੀਕ। ਸੋ ਇਸ ਤਰ੍ਹਾਂ ਕਰਕੇ ਆਪਾਂ ਇਨਸਰਟ ਦਾ ਲੌਜਿਕ ਆ ਜਿਹੜਾ ਲੌਜਿਕ ਬਣ ਗਿਆ, ਬਾਕੀ ਦਾ ਸਾਰਾ ਲੌਜਿਕ ਐਸ ਪਲੱਸ ਉਹ C++ ਦਾ ਲੌਜਿਕ ਹੋ ਗਿਆ। ਠੀਕ। ਇੱਥੇ ਵੀ ਆਪਾਂ ਕਿਊ ਨਹੀਂ ਲਿਖਾਂਗੇ, ਸਿੰਪਲ ਰੀਅਰ ਲਿਖਾਂਗੇ। तो ਕਿਹੜਾ ਰੀਅਰ? ਉਹ ਵਾਲਾ ਰੀਅਰ, ਉਸ ਕਿਊ ਦਾ ਰੀਅਰ ਜਿਸ ਕਿਊ ਨੇ ਇਸ ਮੈਥਡ ਨੂੰ ਕਾਲ ਕੀਤਾ ਸੀ, ਉਸ ਕਿਊ ਦਾ ਫਰੰਟ ਜਿਸ ਕਿਊ ਨੇ ਇਸ ਮੈਥਡ ਨੂੰ ਕਾਲ ਕੀਤਾ ਸੀ। ਉਹ ਆਟੋਮੈਟਿਕਲੀ ਕੰਪਿਊਟਰ ਨੇ ਫਾਈਂਡ ਆਊਟ ਕਰ ਲੈਣਾ ਹੈ ਕਿ ਕਿਹੜੇ ਰੀਅਰ ਦੀ ਗੱਲ ਹੋ ਰਹੀ ਹੈ ਜਾਂ ਕਿਹੜੇ ਆਈਟਮਸ ਐਰੇ ਦੀ ਗੱਲ ਹੋ ਰਹੀ ਹੈ। ਉਹ ਸਿਰਫ ਉਸੇ ਦੀ ਹੋ ਰਹੀ ਹੈ ਜਿਸ ਕਿਊ ਨੇ ਇਹਨੂੰ ਕਾਲ ਕੀਤਾ ਸੀ। ਸੋ C++ ਦਾ ਸਟਰਕਚਰ ਜਿਹੜਾ ਹੈ ਉਹ ਮਚ ਈਜ਼ੀਅਰ ਹੈ ਦੈਨ C ਲੈਂਗੁਏਜ। ਜੇ ਤੁਸੀਂ ਥੋੜਾ ਜਿਹਾ ਧਿਆਨ ਦਿਓ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਏਗਾ। ਠੀਕ ਹੈ। ਸੋ ਜਿੰਨੇ ਵੀ ਆਪਣੇ ਕੋਲ ਆਪਰੇਸ਼ਨ ਲਿਖੇ ਹੋਏ ਹੈ, ਹਰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਨ ਲਈ ਸੇਮ ਹੀ ਟਾਈਮ ਲੱਗੇਗਾ, ਭਾਵੇਂ ਇਸ ਐਲਗੋਰਿਥਮ ਤੁਸੀਂ ਪਹਿਲੀ ਵਾਰ ਚਲਾਓਗੇ ਜਾਂ 10ਵੀਂ ਵਾਰ ਚਲਾਓਗੇ ਜਾਂ 1000ਵੀਂ ਵਾਰ ਵੀ ਚਲਾ ਲਓ, ਤਾਂ ਹਰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਨ ਲਈ ਸੇਮ ਹੀ ਟਾਈਮ ਲੱਗਣਾ। ਠੀਕ ਹੈ। ਸੋ ਜੇ ਪਹਿਲੇ ਉਹਦੇ ਵਿੱਚ ਪਹਿਲੇ ਐਗਜ਼ੀਕਿਊਸ਼ਨ ਦੇ ਦੌਰਾਨ ਇਸ ਐਲਗੋਰਿਥਮ ਨੇ 1 ਸੈਕਿੰਡ ਲਿਆ ਸੀ, ਤਾਂ 1000ਵੀਂ ਐਗਜ਼ੀਕਿਊਸ਼ਨ 'ਚ ਵੀ ਉਹ 1 ਸੈਕਿੰਡ ਹੀ ਲਏਗਾ, 10,000ਵੀਂ 'ਚ ਵੀ 1 ਸੈਕਿੰਡ ਹੀ ਲਏਗਾ। तो जिन्नी बार मर्जी इस प्रोग्राम ਨੂੰ ਚਲਾ ਲਓ, ਕਿਉਂਕਿ ਕੋਈ ਲੂਪ ਨਹੀਂ ਲੱਗੀ ਹੋਈ। ਆਪਾਂ ਨੇ ਸਿਰਫ 2 ਸਟੇਟਮੈਂਟ ਹੀ ਐਗਜ਼ੀਕਿਊਟ ਕਰਨੀਆਂ ਨੇ। ਜੇ ਇਹ ਸਟੇਟਮੈਂਟ ਅੱਧਾ ਸੈਕਿੰਡ ਲੈਂਦੀ ਹੈ, ਇਹ ਸਟੇਟਮੈਂਟ ਵੀ ਅੱਧਾ ਸੈਕਿੰਡ ਲੈਂਦੀ ਹੈ, ਤਾਂ ਟੋਟਲ 1 ਸੈਕਿੰਡ ਤੁਹਾਡੇ ਪ੍ਰੋਗਰਾਮ ਨੂੰ ਲੱਗਦਾ ਆ। ਤਾਂ ਉਹ ਭਾਵੇਂ ਪ੍ਰੋਗਰਾਮ 1 ਵਾਰੀ ਚਲਾ ਲਓ ਜਾਂ 10 ਵਾਰੀ ਚਲਾ ਲਓ ਜਾਂ 1000 ਵਾਰੀ ਚਲਾ ਲਓ, ਉਹਨੂੰ 1 ਸੈਕਿੰਡ ਹੀ ਲੱਗਣਾ ਹੈ। ਸੋ ਦ ਐਲਗੋਰਿਥਮ ਇਜ਼ ਆਫ ਦੀ ਆਰਡਰ ਆਫ C। C ਸਟੈਂਡ ਫॉर ਕਨਸਟੈਂਟ। ਸੋ ਇੱਥੇ ਕਨਸਟੈਂਟ ਟਾਈਮ ਇੰਸਰਸ਼ਨ ਆਪਰੇਸ਼ਨ ਜੋ ਕਿਊ ਦਾ ਹੈ ਉਹ ਕਨਸਟੈਂਟ ਟਾਈਮ ਆਪਰੇਸ਼ਨ ਹੈ। So after insertion operation, we have another operation that is removal. So we want to remove the elements from the queue. So queue तो ਜਦੋਂ remove ਕਰਨਾ ਹੈ ਤਾਂ remove ਕਰਨ ਵੇਲੇ ਆਪਾਂ ਸਿਰਫ ਹਮੇਸ਼ਾ ਜੋ ਵੀ element remove ਹੋਏਗਾ that will be removed from the front position. So ਜਿਵੇਂ insertion ਵੇਲੇ ਆਪਣਾ rear variable use ਹੁੰਦਾ ਸੀ, removal ਵੇਲੇ ਆਪਣਾ front variable use ਹੋਣਾ ਹੈ। तो ਇਹਨਾਂ ਦੋਨਾਂ ਵੇਰੀਏਬਲ ਦੀ ਅਹਿਮੀਅਤ ਕੀ ਹੈ ਕਿ ਇੱਕ ਨੇ ਇੰਸਰਸ਼ਨ ਵੇਲੇ ਕੰਮ ਆਉਣਾ, ਇੱਕ ਨੇ ਰਿਮੂਵਲ ਵੇਲੇ ਕੰਮ ਆਉਣਾ। ਸੋ ਜਦੋਂ ਆਪਾਂ ਐਲੀਮੈਂਟਸ ਰਿਮੂਵ ਕਰਨੇ ਆ, ਡਿਲੀਟ ਕਰਨੇ ਆ ਕਿਊ ਦੇ ਵਿੱਚੋਂ, ਤਾਂ ਆਪਾਂ ਐਲੀਮੈਂਟਸ ਨੂੰ ਡਿਲੀਟ ਕਰਨ ਲਈ ਫਰੰਟ ਲੋਕੇਸ਼ਨ ਤੋਂ ਰਿਮੂਵ ਕਰਾਂਗੇ। ਆਪਾਂ ਕੀ ਕਰਨਾ ਹੈ, ਐਲੀਮੈਂਟ ਰਿਮੂਵ ਕਰ ਦੇਣਾ ਹੈ ਔਰ ਫਰੰਟ ਨੂੰ 1 ਇਨਕਰੀਜ਼ ਕਰ ਦੇਣਾ ਹੈ, ਕਿਉਂਕਿ ਪਹਿਲੋਂ ਫਰੰਟ 0 ਤੇ ਸੀਗਾ। ਜਦੋਂ ਐਲੀਮੈਂਟ A ਨਿਕਲ ਗਿਆ, ਹੁਣ ਫਰੰਟ ਕਿਹੜਾ ਬਣ ਗਿਆ? ਉਹ 1, ਜਿਹਦਾ ਇੰਡੈਕਸ ਨੰਬਰ 1 ਹੈ। ਫਿਰ ਜਦੋਂ B ਵੀ ਨਿਕਲ ਗਿਆ, ਫਿਰ ਫਰੰਟ ਕਿੱਥੇ ਜਾਊਗਾ? ਉਸ ਜਗ੍ਹਾ ਤੇ ਜਿੱਥੇ ਇੰਡੈਕਸ ਨੰਬਰ 2 ਹੈ। तो फ्रंट ਦੀ ਵੈਲਿਊ 2 ਹੋਗੀ। ਫਿਰ ਜਦੋਂ C ਵੀ ਨਿਕਲ ਗਿਆ, ਫਿਰ ਕੀ ਹੋਏਗਾ? ਫਰੰਟ ਔਰ ਰੀਅਰ ਦੋਨੋਂ ਫਿਰ ਕੀ ਹੋ ਗਏ? ਬਰਾਬਰ ਹੋ ਗਏ। ਠੀਕ। ਸੋ ਜਦੋਂ D ਵੀ ਨਿਕਲ ਗਿਆ ਤਾਂ ਫਰੰਟ ਦੀ ਵੈਲਿਊ ਕਿੰਨੀ ਹੋ ਗਈ? 4। ਰੀਅਰ ਦੀ ਵੈਲਿਊ ਉੱਥੇ ਹੀ ਖੜੀ ਹੈ, ਫਰੰਟ ਦੀ ਵੈਲਿਊ 4 ਹੋ ਗਈ। ਸੋ ਜਦੋਂ ਫਰੰਟ ਦੀ ਵੈਲਿਊ ਰੀਅਰ ਤੋਂ ਵੱਧ ਗਈ, ਇਹਦਾ ਕੀ ਮਤਲਬ ਹੈ? empty क्यू खाली है। that is very clear। ਠੀਕ ਹੈ। ਜਦੋਂ ਫਰੰਟ ਦੀ ਵੈਲਿਊ ਰੀਅਰ ਤੋਂ ਵੱਧ ਜਾਂਦੀ ਹੈ, ਇਹਦਾ ਮਤਲਬ ਹੈ ਕਿ ਕਿਊ ਖਾਲੀ ਹੈ। ਜਦੋਂ ਆਪਾਂ ਸਟਾਰਟ ਕੀਤਾ ਸੀ ਤਾਂ ਆਪਾਂ ਫਰੰਟ ਦੀ ਵੈਲਿਊ 0 ਰੱਖੀ ਸੀ, ਰੀਅਰ ਦੀ ਵੈਲਿਊ -1 ਰੱਖੀ ਸੀ। ਤਾਂ ਇਹ -1 ਰੱਖਣ ਦਾ ਮਤਲਬ ਇਹੀ ਸੀਗਾ, ਜਾਂ ਇਹਨੂੰ 0 ਰੱਖਣ ਦਾ ਪਰਪਸ ਇਹੀ ਸੀਗਾ ਕਿ ਕੰਡੀਸ਼ਨ ਕੀ ਹੈ? ਫਰੰਟ ਦੀ ਵੈਲਿਊ ਇਜ਼ ਮੋਰ ਦੈਨ ਦ ਵੈਲਿਊ ਆਫ ਰੀਅਰ। ਜਦੋਂ ਇਹ ਕੰਡੀਸ਼ਨ ਹੈ ਤਾਂ ਆਪਣੀ ਕਿਊ ਜਿਹੜੀ ਹੈ, ਇਹਦਾ ਮਤਲਬ ਕੀ ਹੈ ਕਿ ਆਵਰ ਕਿਊ ਇਜ਼ ਐਮਪਟੀ। तो अंडरफ्लो ਨੂੰ ਚੈੱਕ ਕਰਨ ਦਾ ਕੀ ਤਰੀਕਾ ਹੋ ਗਿਆ? ਹੁਣ ਆਪਣੇ ਕੋਲ ਓਵਰਫਲੋ ਨੂੰ ਚੈੱਕ ਕਰਨ ਦਾ ਕੀ ਤਰੀਕਾ ਹੈ ਕਿ ਆਪਣਾ ਰੀਅਰ ਜਿਹੜਾ ਹੈ ਉਹ ਮੈਕਸ ਕਿਊ ਦੇ ਬਰਾਬਰ ਪਹੁੰਚ ਗਿਆ। ਜਦੋਂ ਰੀਅਰ ਦੀ ਵੈਲਿਊ ਮੈਕਸ ਕਿਊ ਹੋ ਗਈ ਤਾਂ ਆਪਾਂ ਕਹਿੰਦੇ ਆ ਕਿ ਓਵਰਫਲੋ ਹੋ ਗਿਆ। ਪਰ ਜਦੋਂ ਆਪਾਂ ਅੰਡਰਫਲੋ ਚੈੱਕ ਕਰਨਾ, ਅੰਡਰਫਲੋ ਦਾ ਮਤਲਬ ਕੀ ਹੈ ਕਿ ਖਾਲੀ ਕਿਊ ਦੇ ਵਿੱਚੋਂ, ਖਾਲੀ ਡਾਟਾ ਸਟਰਕਚਰ ਚੋਂ ਵੈਲਿਊ ਕੱਢਣ ਦੀ ਕੋਸ਼ਿਸ਼ ਕਰਨਾ। ਤਾਂ ਜਦੋਂ ਡਾਟਾ ਸਟਰਕਚਰ ਖਾਲੀ ਹੈ, ਉਹਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ, ਤੇ ਆਪਾਂ ਵੈਲਿਊ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨਾ ਐਰਰ ਜਨਰੇਟ ਹੋਣਾ ਚਾਹੀਦਾ ਹੈ। ਬਟ ਉਹ ਖਾਲੀ ਹੈ, ਉਸ ਚੀਜ਼ ਨੂੰ ਕਿਵੇਂ ਚੈੱਕ ਕਰਾਂਗੇ? ਆਪਾਂ ਨੂੰ ਕੰਡੀਸ਼ਨ ਲਗਾਉਣੀ ਪਏਗੀ। ਸੋ ਇਸ ਕੇਸ ਦੇ ਵਿੱਚ ਜਿਵੇਂ ਕਿ ਆਪਾਂ ਹੁਣੇ ਸਮਝਿਆ, ਆਪਣੀ ਕੰਡੀਸ਼ਨ ਕੀ ਹੈ ਕਿ ਜਦੋਂ ਫਰੰਟ ਦੀ ਵੈਲਿਊ ਰੀਅਰ ਦੀ ਵੈਲਿਊ ਤੋਂ ਵੱਧ ਜਾਏਗੀ, ਉਸ ਵੇਲੇ ਆਪਾਂ ਕਵਾਂਗੇ ਕਿ ਸਾਡੀ ਜਿਹੜੀ ਕਿਊ ਹੈ ਉਹ ਖਾਲੀ ਹੈ।
ठीक। तो बस इसे बिहेवियर ਨੂੰ ਆਪਾਂ ਇੰਪਲੀਮੈਂਟ ਕਰਨਾ ਹੈ। ਅਦਰਵਾਈਜ਼ ਜੇ ਖਾਲੀ ਨਹੀਂ ਹੈਗੀ ਤਾਂ ਆਪਾਂ ਕੀ ਕਰਨਾ ਹੈ, ਆਪਾਂ ਜਿਹੜਾ ਫਰੰਟ ਪੁਆਇੰਟ ਜਿਹਨੂੰ ਕਰ ਰਿਹਾ ਪੁਆਇੰਟ ਫਰੰਟ ਜਿਹੜੀ ਵੈਲਿਊ ਪੁਆਇੰਟ ਕਰ ਰਿਹਾ ਆਈਟਮ ਦੇ ਅੰਦਰ, ਉਹ ਆਪਾਂ ਇੱਕ ਵੇਰੀਏਬਲ 'ਚ ਪਾ ਲੈਣੀ ਹੈ। ਫਰੰਟ ਨੂੰ ਇਨਕਰੀਮੈਂਟ ਕਰ ਦੇਣਾ ਹੈ, ਵੇਰੀਏਬਲ ਨੂੰ ਰਿਟਰਨ ਕਰ ਦੇਣਾ ਹੈ। ਕਿਉਂਕਿ ਰਿਮੂਵ ਦਾ ਮਤਲਬ ਕੀ ਹੈ ਕਿ ਜਿਸ ਪ੍ਰੋਗਰਾਮ ਨੂੰ ਵੈਲਿਊ ਰਿਮੂਵ ਕਰਕੇ ਆਪਾਂ ਦੇਣੀ ਹੈ, ਦੈਟ ਮੀਨਸ ਇਹ ਮੈਥਡ ਕੁਛ ਨਾ ਕੁਛ ਰਿਟਰਨ ਕਰੇਗਾ। ਰਿਟਰਨ ਕਰੇਗਾ ਤਾਂ ਉਹਦੀ ਰਿਟਰਨ ਟਾਈਪ ਵੀ ਹੋਏਗੀ। ਸੋ ਇੱਥੇ ਆਪਾਂ ਰਿਟਰਨ ਟਾਈਪ ਲਿਖਾਂਗੇ। ਇਹ ਟਾਈਪ ਡਿਪੈਂਡ ਕਰਦੀ ਹੈ ਕਿ ਤੁਸੀਂ ਐਰੇ ਦੇ ਵਿੱਚ ਐਰੇ ਦਾ ਡਾਟਾ ਸਟਰਕਚਰ ਕੀ ਰੱਖਿਆ ਹੈ। ਸੋ ਜੇ ਐਰੇ ਦਾ ਡਾਟਾ ਟਾਈਪ ਆਪਾਂ ਕਰੈਕਟਰ ਰੱਖਿਆ ਜਾਂ ਤਾਂ ਆਪਾਂ ਇੱਥੇ ਕਰੈਕਟਰ ਲਿਖਾਂਗੇ। ਜੇ ਐਰੇ ਦਾ ਡਾਟਾ ਟਾਈਪ ਆਪਾਂ ਇੰਟੀਜਰ ਰੱਖਿਆ ਤਾਂ ਆਪਾਂ ਇੱਥੇ ਇੰਟੀਜਰ ਲਿਖਾਂਗੇ। ਕਿਹੜੀ ਐਰੇ? ਜਿਹੜੀ ਆ ਆਈਟਮ ਨਾਮ ਦੀ ਐਰੇ ਆਪਾਂ ਡਿਕਲੇਅਰ ਕਰ ਰਹੇ ਹਾਂ। ਸੋ ਜਦੋਂ ਇਹਨੂੰ ਡਿਕਲੇਅਰ ਕਰਦੇ ਹੋਏ ਜੋ ਵੀ ਇੱਥੇ ਤੁਸੀਂ ਡਾਟਾ ਟਾਈਪ ਰੱਖਿਆ ਉਹੀ ਵੈਲਿਊ ਇੱਥੇ ਨਿਕਲਣੀ ਹੈ ਤੇ ਉਹੀ ਆਪਾਂ ਰਿਟਰਨ ਕਰਨੀ ਹੈ। ਤਾਂ ਇੱਥੇ ਮੈਥਡ ਦੀ ਡਾਟਾ ਟਾਈਪ ਵੀ ਉਹੀ ਬਣੇਗੀ। ਸੋ ਰਿਮੂਵ ਨੇ ਕੋਈ ਵੀ ਵੈਲਿਊ ਲੈਣੀ ਨਹੀਂ ਹੈ ਬਾਹਰੋਂ, ਇਹਨੂੰ ਕੋਈ ਵੈਲਿਊ ਨਹੀਂ ਮਿਲਣੀ, ਆਰਗੂਮੈਂਟ ਇਹਦਾ ਕੋਈ ਨਹੀਂ ਹੋਏਗਾ। ਇੱਕ ਵੈਲਿਊ ਇਹਨੇ ਰਿਟਰਨ ਕਰਨੀ ਹੈ, ਉਹ ਰਿਟਰਨ ਕਰਨ ਵਾਲੀ ਜਿਹੜੀ ਵੈਲਿਊ ਹੈ ਉਹਦੀ ਡਾਟਾ ਟਾਈਪ ਉਹੀ ਹੋਏਗੀ ਜਿਹੜੀ ਡਾਟਾ ਟਾਈਪ ਇਸ ਐਰੇ ਦੀ ਹੈ ਜਿਹਦੇ ਵਿੱਚ ਵੈਲਿਊਜ਼ ਪਈਆਂ ਨੇ। ਸੋ ਆਪਾਂ ਐਰੇ ਦੇ ਵਿੱਚੋਂ ਉਸ ਲੋਕੇਸ਼ਨ ਚੋਂ ਵੈਲਿਊ ਕੱਢਣੀ ਹੈ ਜਿਹੜੀ ਫਰੰਟ ਨੂੰ ਪੁਆਇੰਟ ਕਰਦੀ ਪਈ ਹੈ। ਸੋ ਫਰੰਟ ਨੂੰ ਪੁਆਇੰਟ ਜਿੱਥੇ ਫਰੰਟ ਪੁਆਇੰਟ ਕਰ ਰਿਹਾ ਹੈ, ਸੋ ਆਪਾਂ ਉਸ ਵੈਲਿਊ ਨੂੰ ਪੀ ਵੇਰੀਏਬਲ 'ਚ ਪਾ ਲਾਂਗੇ। ਪੀ ਵੇਰੀਏਬਲ 'ਚ ਪਾਉਣ ਤੋਂ ਬਾਅਦ ਫਰੰਟ ਨੂੰ ਇੱਕ ਇਨਕਰੀਮੈਂਟ ਕਰ ਦਿਆਂਗੇ ਤੇ ਪੀ ਵੇਰੀਏਬਲ ਨੂੰ ਰਿਟਰਨ ਕਰ ਦਾਂਗੇ। ਬਟ ਇਹ ਸਾਰਾ ਕੰਮ ਕਰਨ ਤੋਂ ਪਹਿਲਾਂ ਆਪਾਂ ਨੇ ਇਹ ਚੈੱਕ ਕਰਨਾ ਹੈ ਕਿ ਅੰਡਰਫਲੋ ਤਾਂ ਨਹੀਂ ਹੋ ਰਿਹਾ। ਸੋ ਅੰਡਰਫਲੋ ਦੀ ਕੰਡੀਸ਼ਨ ਆਪਾਂ ਹੁਣੇ ਚੈੱਕ ਕੀਤੀ ਹੈ ਕਿ ਫਰੰਟ ਜਦੋਂ ਰੀਅਰ ਤੋਂ ਵੱਧ ਹੈ ਤਾਂ ਆਪਾਂ ਲਿਖ ਦਾਂਗੇ ਕਿਊ ਇਜ਼ ਐਮਪਟੀ ਤੇ ਪ੍ਰੋਗਰਾਮ ਐਗਜ਼ਿਟ ਕਰ ਦਿਆਂਗੇ। ਨਹੀਂ ਤਾਂ ਆਪਾਂ ਇੱਕ ਆਈਟਮ ਕੱਢਾਂਗੇ, ਆਈਟਮ ਕੱਢ ਕੇ ਰਿਟਰਨ ਕਰ ਦਿਆਂਗੇ। ਠੀਕ। ਅਗੇਨ ਜਿਹੜੀ ਇਹ ਇੰਪਲੀਮੈਂਟੇਸ਼ਨ ਹੈ ਉਹ ਸੀ ਲੈਂਗੁਏਜ ਦੇ ਹਿਸਾਬ ਨਾਲ ਬਣਾਈ ਹੋਈ ਹੈ। ਤੁਸੀਂ ਇਹਨੂੰ ਕਲਾਸਿਸ ਦੇ ਹਿਸਾਬ ਨਾਲ ਜਦੋਂ ਚੇਂਜ ਕਰੋਗੇ ਤਾਂ ਤੁਸੀਂ ਇੱਥੋਂ ਆ ਸਾਰੇ ਵੇਰੀਏਬਲ ਜਿਹੜੇ ਕਿਊ ਲਿਖਿਆ ਹੋਇਆ ਇਹ ਸਾਰੇ ਵੇਰੀਏਬਲ ਇੱਥੋਂ ਹਟ ਜਾਣਗੇ। ਸੋ ਬਿਨਾਂ ਕਿਊ ਦੇ ਹੀ ਤੁਸੀਂ ਇਹ ਸਾਰੇ ਲੌਜਿਕ ਨੂੰ ਇੰਪਲੀਮੈਂਟ ਕਰਨਾ ਹੈ। ਸੋ ਆ ਤੁਹਾਡਾ C++ ਦਾ ਲੌਜਿਕ ਬਣ ਗਿਆ। ਆਪਾਂ ਲਿਖਾਂਗੇ ਫਰੰਟ ਇਜ਼ ਮੋਰ ਦੈਨ ਰੀਅਰ ਤਾਂ ਕਿਊ ਇਜ਼ ਐਮਪਟੀ, ਅਦਰਵਾਈਜ਼ P ਇਜ਼ ਇਕੁਅਲ ਟੂ ਆਈਟਮਸ front plus return P. So that is your implementation of remove operation ਜਿਹੜਾ ਕਿ ਕਿਸੇ ਕਿਊ ਦੇ ਵਿੱਚ ਹੋਣਾ ਚਾਹੀਦਾ ਹੈ। ਉਹਦੇ ਵਿੱਚ ਆਪਾਂ ਅੰਡਰਫਲੋ ਵੀ ਚੈੱਕ ਕਰ ਲਿਆ, ਉਹਦੇ ਵਿੱਚ ਆਪਾਂ ਆਈਟਮ ਨੂੰ ਰਿਮੂਵ ਵੀ ਕਰ ਲਿਆ। ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹਦੀ ਬਿਗ ਓ ਨੋਟੇਸ਼ਨ ਕੀ ਹੋਏਗੀ। what is the time complexity of remove operation in queues? Sir, constant. ਅਗੇਨ ਸੇਮ ਉਹੀ ਗੱਲ ਆ ਕਿ ਆਪਾਂ ਕੋਈ ਲੂਪ ਨਹੀਂ ਇਹਦੇ ਵਿੱਚ ਇੰਪਲੀਮੈਂਟ ਕੀਤੀ। ਸੋ ਇਟਸ ਟਾਈਮ ਕੰਪਲੈਕਸਿਟੀ ਆਫ ਦੀ ਆਰਡਰ ਆਫ C ਵਿਚ ਮੀਨਸ ਕਾਂਸਟੈਂਟ, ਕਿਉਂਕਿ ਇਸ ਫੰਕਸ਼ਨ ਨੂੰ ਐਗਜ਼ੀਕਿਊਟ ਹੋਣ ਲਈ ਸੇਮ ਹੀ ਟਾਈਮ ਲੱਗੇਗਾ, ਭਾਵੇਂ ਤੁਸੀਂ ਉਹਨੂੰ ਇੱਕ ਵਾਰ ਚਲਾ ਲਓ ਭਾਵੇਂ ਤੁਸੀਂ ਉਹਨੂੰ 1000 ਵਾਰ ਚਲਾ ਲਓ। ਸੋ ਅਗੇਨ ਇਟ ਇਜ਼ ਵੈਰੀ ਮਚ ਕਲੀਅਰ। ਹੁਣ ਆਪਾਂ ਇਹ ਤਾਂ ਹੋ ਗਈ ਸਿੰਪਲ ਕਿਊ। ਹੁਣ ਆਪਾਂ ਇਹਦੇ ਚ ਪ੍ਰੋਬਲਮਾਂ ਦੇਖਾਂਗੇ ਕਿ ਇਹਦੇ ਚ ਕੀ ਪ੍ਰੋਬਲਮ ਨੇ, ਕੀ ਇਹ ਸਾਰੀ ਸਿੰਪਲ ਕਿਊ ਆਪਣਾ ਇੰਨੀ ਸੌਖੀ ਹੈ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੀਜ਼ ਹੈ ਜਿਹੜੀ ਕਿ ਆਪਾਂ ਨੂੰ ਹੱਲੇ ਸਮਝਣੀ ਰਹਿ ਗਈ ਹੈ। ਠੀਕ। ਸੋ ਆਪਾਂ ਉਹ ਸਿਨੈਰੀਓ ਡਿਫਰੈਂਟ ਸਿਨੈਰੀਓ ਦੇਖਾਂਗੇ ਕਿ ਉਹਨਾਂ 'ਚ ਕੀ ਹੋਏਗਾ। ਸੋ ਆਪਾਂ ਐਜ਼ਿਊਮ ਕਰਦੇ ਹਾਂ ਕਿ ਜਿਹੜਾ ਆਪਣਾ ਰੀਅਰ ਹੈ ਉਹ ਜਿਹੜੀ ਮੈਕਸਿਮਮ ਵੈਲਿਊ ਹੈ ਉੱਥੇ ਪਹੁੰਚਿਆ ਹੋਇਆ ਆਲਰੇਡੀ। ਸੋ ਆਪਣਾ ਰੀਅਰ ਇੱਥੇ ਪਹੁੰਚ ਗਿਆ ਇਨਸਰਸ਼ਨਾਂ ਕਰਦੇ ਕਰਦੇ, ਔਰ ਅੱਗੋਂ ਕੁਝ ਆਈਟਮਾਂ ਆਪਾਂ ਡਿਲੀਟ ਕਰਤੀਆਂ ਤੇ ਆਪਣਾ ਫਰੰਟ ਇੱਥੇ ਪਹੁੰਚ ਗਿਆ 3 ਨੰਬਰ ਤੇ। ਠੀਕ ਹੈ ਕਿ ਰੀਅਰ ਆਪਣਾ ਮੈਕਸ ਕਿਊ -1 ਦੇ ਉੱਪਰ ਹੈ ਔਰ ਫਰੰਟ ਆਪਣਾ 3 ਨੰਬਰ ਦੇ ਉੱਪਰ ਹੈ। ਉਸ ਤੋਂ ਬਾਅਦ what happens if we want to insert a new item into the queue? ਹੁਣ ਨਿਊ ਆਈਟਮ ਜਦੋਂ ਐਡ ਕਰਨੀ ਹੈ ਉਹ ਕਿੱਥੇ ਐਡ ਹੋਣੀ ਹੈ? ਉਹ ਹਮੇਸ਼ਾ ਰੀਅਰ ਦੇ ਵਿੱਚ ਐਡ ਹੋਣੀ ਹੈ। ਤਾਂ ਆਪਾਂ ਜਦੋਂ ਨਿਊ ਆਈਟਮ ਐਡ ਕਰਨੀ ਹੈ ਆਪਾਂ ਕਰਨਾ ਹੈ ਰੀਅਰ ਪਲੱਸ ਤੇ ਉਸ ਜਗ੍ਹਾ ਤੇ ਨਵੀਂ ਵੈਲਿਊ ਐਡ ਕਰ ਦੇਣੀ ਹੈ। ਪਰ ਜਦੋਂ ਆਪਾਂ ਰੀਅਰ ਇਨਸਰਸ਼ਨ ਵਾਲੇ ਲੌਜਿਕ ਦੇ ਵਿੱਚ ਜਾਵਾਂਗੇ ਤਾਂ ਇਨਸਰਸ਼ਨ ਵਾਲਾ ਲੌਜਿਕ ਆਪਣਾ ਕੀ ਕਹਿੰਦਾ ਹੈ, ਜੇ ਤੁਸੀਂ ਧਿਆਨ ਦਿਓ ਇਨਸਰਸ਼ਨ ਵਾਲਾ ਲੌਜਿਕ ਕਹਿੰਦਾ ਕਿ ਜੇ ਰੀਅਰ ਦੀ ਵੈਲਿਊ ਮੈਕਸ ਕਿਊ -1 ਦੇ ਬਰਾਬਰ ਹੈ ਤਾਂ ਮੈਸੇਜ ਕੀ ਆ ਜਾਣਾ ਕਿ ਕਿਊ ਤਾਂ ਫੁੱਲ ਹੋ ਗਈ, ਉਹਦੇ ਵਿੱਚ ਹੋਰ ਕੋਈ ਐਲੀਮੈਂਟ ਆਪਾਂ ਐਡ ਨਹੀਂ ਕਰ ਸਕਦੇ। ਪਰ ਜਿਵੇਂ ਕਿ ਆਪਾਂ ਨੂੰ ਦਿਖ ਹੀ ਰਿਹਾ ਇੱਥੇ ਕਿਊ ਭਾਵੇਂ ਰੀਅਰ ਮੈਕਸ ਕਿਊ -1 ਦੇ ਵਿੱਚ ਚਲੇ ਗਿਆ ਬਟ ਕਿਊ ਹੱਲੇ ਵੀ ਖਾਲੀ ਆ। ਆਪਣੇ ਕੋਲ 3 ਲੋਕੇਸ਼ਨਾਂ ਸੀਗੀਆਂ ਜਿੱਥੇ ਆਪਾਂ ਵੈਲਿਊ ਇਨਸਰਟ ਕਰ ਸਕਦੇ ਸੀ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੀ ਆਪਾਂ ਇੰਪਲੀਮੈਂਟੇਸ਼ਨ ਕੀਤੀ ਹੋਈ ਹੈ ਆਪਣੀ ਕਿਊ ਦੀ ਉਹਦੇ ਵਿੱਚ ਇੱਕ ਕਮੀ ਹੈ। ਕਮੀ ਕੀ ਹੈ ਕਿ ਜਦੋਂ ਰੀਅਰ ਦੀ ਵੈਲਿਊ ਮੈਕਸਿਮਮ ਪੋਜੀਸ਼ਨ ਤੇ ਪਹੁੰਚ ਗਈ, ਫਰੰਟ ਤੋਂ ਕੁਝ ਐਲੀਮੈਂਟ ਆਪਾਂ ਡਿਲੀਟ ਕਰਤੇ, ਆਪਣੇ ਕੋਲ ਅਗਲੇ ਪਾਸੇ ਥੋੜੀ ਜਿਹੀ ਜਗ੍ਹਾ ਖਾਲੀ ਹੈ ਪਰ ਆਪਾਂ ਉਹਨੂੰ ਯੂਜ਼ ਹੀ ਨਹੀਂ ਕਰ ਪਾ ਰਹੇ।
ਕਿਉਂਕਿ ਆਪਣਾ ਲੌਜੀਕ ਕੀ ਕਹਿ ਰਿਹਾ, ਲੌਜੀਕ ਕਹਿ ਰਿਹਾ ਕਿ ਜਦੋਂ ਰੀਅਰ ਜਿਹੜਾ ਹੈ ਮੈਕਸ ਕਿਊ ਦੇ ਉੱਤੇ ਪਹੁੰਚ ਗਿਆ ਤਾਂ ਆਪਣੀ ਕਿਊ ਜਿਹੜੀ ਉਹ ਫੁੱਲ ਹੋ ਗਈ। ਠੀਕ ਹੈ, ਸੋ ਇਸ ਚੀਜ਼ ਨੂੰ ਆਪਾਂ ਕਿਵੇਂ ਹਟਾ ਸਕਦੇ ਹਾਂ, ਇੱਕ ਖਾਮੀ ਆ ਗਈ। ਸੋ ਜੇ ਇਹ ਫਰੰਟ ਜਿਹੜਾ ਹੈ ਮੇਰਾ ਇੱਥੇ ਹੋਵੇ ਸੈਕਿੰਡ ਲਾਸਟ ਪੋਜੀਸ਼ਨ ਤੇ, ਦੈਟ ਮੀਨਸ ਸਾਰੀ ਦੀ ਸਾਰੀਆਂ ਲੋਕੇਸ਼ਨਾਂ ਖਾਲੀ ਪਈਆਂ ਨੇ, ਮੇਰੀ ਕਿਊ ਦੇ ਵਿੱਚ ਸਿਰਫ 2 ਹੀ ਐਲੀਮੈਂਟ ਹੈ, 10 ਦੇ ਵਿੱਚੋਂ 8 ਲੋਕੇਸ਼ਨਾਂ ਮੇਰੀਆਂ ਖਾਲੀ ਪਈਆਂ ਨੇ, ਪਰ ਫਿਰ ਵੀ ਮੇਰੇ ਕੋਲ ਮੈਸੇਜ ਕੀ ਆ ਰਿਹਾ ਕਿ ਕਿਊ ਫੁੱਲ ਹੈ। ਸੋ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਗਈ ਆਪਣੇ ਵਾਸਤੇ। ਸੋ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰਾਂਗੇ, what can be the solution? So if we want, what happen if we want to insert a new item f into the queue, although there is some empty space, the queue is full, ਜਿਹੜਾ ਕਿ ਮੈਸੇਜ ਆਪਾਂ ਨੂੰ ਦਿਖੇਗਾ। One of the method to overcome this problem is to shift all the elements to occupy the location of deleted item। ਆਪਾਂ ਕੀ ਕਰ ਸਕਦੇ ਹਾਂ, ਆਪਾਂ ਆ ਸਾਰੇ ਐਲੀਮੈਂਟ ਆ ਡੀ ਨੂੰ ਪਹਿਲਾਂ ਡੀ ਨੂੰ ਇੱਥੋਂ ਜਾ ਕੇ ਇੱਥੇ ਲਿਆਈਏ, ਅਗਲੇ ਐਲੀਮੈਂਟ ਨੂੰ ਜਾ ਕੇ ਇੱਥੇ ਲਿਆਈਏ, ਉਸ ਤੋਂ ਅਗਲੇ ਨੂੰ ਇੱਥੇ ਲਿਆਈਏ, ਚੱਲਦੇ ਚੱਲਦੇ ਰੀਅਰ ਜਿਹੜਾ ਹੈ ਉਹ ਅੱਗੇ ਸ਼ਿਫਟ ਹੋ ਜਾਏਗਾ, ਪਿੱਛੇ ਆਪਣੇ ਕੋਲ ਐਲੀਮੈਂਟ ਖਾਲੀ ਲੋਕੇਸ਼ਨ ਬਣ ਜਾਏਗੀ ਔਰ ਆਪਾਂ ਆਪਣੇ ਨਵਾਂ ਐਲੀਮੈਂਟ ਇਨਸਰਟ ਕਰ ਸਕਦੇ ਹਾਂ। ਦਿਸ ਇਜ਼ ਵਨ ਆਫ ਦਾ ਸੋਲੂਸ਼ਨ। ਹੋਰ ਵੀ ਸੋਲੂਸ਼ਨ ਹੈਗੇ, ਬਹੁਤ ਸਾਰੇ ਸੋਲੂਸ਼ਨ ਹੈ, ਬਟ ਦਿਸ ਇਜ਼ ਵਨ ਆਫ ਦਾ ਸੋਲੂਸ਼ਨ। ਹੋ ਜਾਏਗਾ ਕਿ ਨਹੀਂ ਏਦਾਂ, ਤੁਹਾਨੂੰ ਕੀ ਲੱਗਦਾ ਹੈ? That shift all the element to occupy the location of the deleted item. Will it solve our purpose? ਇਸ ਨਾਲ ਆਪਣਾ ਹੱਲ ਹੋ ਜਾਏਗਾ ਕਿ ਨਹੀਂ ਹੋ ਜਾਏਗਾ? Yes, sir. Yes? Yes. Yes. हो जाएगा कि नहीं हो जाएगा? बोलो बेटा, आई एम वेटिंग फॉर योर आंसर। प्रीवियस वाले ਦਾ ਹੈਡ ਕਿਵੇਂ ਪਤਾ ਲੱਗੇਗਾ? ਕੀ ਹੋਏਗਾ? ਮਤਲਬ ਜਿਹੜਾ ਹੈਡ ਸਭ ਤੋਂ ਫਰਸਟ ਟਾਈਮ ਜੇ ਸੀ ਪ੍ਰੀਵੀਅਸ ਵਾਲਾ ਹੈਡ, ਉਹ ਕਿਵੇਂ ਪਤਾ ਲੱਗੇਗਾ? प्रीवियस वाला हेड क्यों ਆਪਾਂ ਦੇਖਣਾ ਹੈ? प्रीवियस वाला हेड मींस ਜਿਵੇਂ ਸਰ ਆਈਟਮ 0 ਪਹਿਲਾਂ ਹੈਡ ਸੀ। ਨਹੀਂ ਉਹ ਤਾਂ ਦੇਖੋ ਆਈਟਮ ਆ ਸਾਰੀਆਂ ਡਿਲੀਟ ਕਰਤੀਆਂ, ਫਰੰਟ ਆਪਣਾ ਇੱਥੇ ਪਹੁੰਚ ਗਿਆ। ਹੁਣ ਜਿੱਥੇ ਫਰੰਟ ਪੁਆਇੰਟ ਕਰ ਰਿਹਾ ਉਹੀ ਆਪਣੀ ਫਰੰਟ ਪੋਜੀਸ਼ਨ ਹੈ ਨਾ। ਜਦੋਂ ਆਪਾਂ ਡਿਲੀਟ ਕਰਨਾ ਤਾਂ ਆਪਾਂ ਉਸੇ ਪੋਜੀਸ਼ਨ ਤੋਂ ਪੁਆਇੰਟ ਡਿਲੀਟ ਕਰਨਾ ਜਿੱਥੇ ਫਰੰਟ ਪੁਆਇੰਟ ਕਰ ਰਿਹਾ। ਉਸ ਤੋਂ ਪਹਿਲਾਂ ਜੋ ਵੀ ਹੈਗਾ ਉਹ ਸਾਰਾ ਐਮਪਟੀ ਹੈ ਆਪਣਾ, ਉਹ ਤਾਂ ਆਪਾਂ ਆਲਰੇਡੀ ਡਿਲੀਟ ਕਰ ਚੁੱਕੇ ਹਾਂ। ਠੀਕ ਹੈ, ਸੋ ਆਪਾਂ ਨੂੰ ਕੀ ਕਰਨਾ ਪਏਗਾ, ਆਪਾਂ ਇਹ ਐਲੀਮੈਂਟ ਨੂੰ ਇੱਥੇ ਕਰ ਦਿਆਂਗੇ, ਇਸ ਐਲੀਮੈਂਟ ਨੂੰ ਇੱਥੇ ਕਰ ਦਿਆਂਗੇ, ਇਸ ਐਲੀਮੈਂਟ ਨੂੰ ਇੱਥੇ ਕਰ ਦਿਆਂਗੇ, ਚੱਲਦੇ ਚੱਲਦੇ ਇਹ ਐਲੀਮੈਂਟ ਇੱਥੇ ਆ ਜਾਏਗਾ। ਔਰ ਉਸ ਤੋਂ ਬਾਅਦ ਇਹਨਾਂ ਨੂੰ ਰੀਸੈਟ ਤਾਂ ਕਰਨਾ ਹੀ ਪਏਗਾ। ਵੀ ਵਿਲ ਰਾਈਟ ਕੇ ਫਰੰਟ ਜਿਹੜਾ ਹੈ ਉਹ ਹੁਣ 0 ਤੇ ਆ ਗਿਆ ਤੇ ਰੀਅਰ ਜਿਹੜਾ ਹੈ ਉਹ ਹੁਣ 3 ਨੰਬਰ ਜਾਂ 4 ਨੰਬਰ ਜਿੱਥੇ ਵੀ ਉਹ ਆਏਗਾ ਉੱਥੇ ਆ ਗਿਆ। ਸੋ ਇਹਨਾਂ ਦੀਆਂ ਵੈਲਿਊ ਤਾਂ ਰੀਸੈਟ ਕਰਾਂਗੇ ਹੀ ਕਰਾਂਗੇ ਆਪਾਂ ਸ਼ਿਫਟਿੰਗ ਦੇ ਤੋਂ ਬਾਅਦ। ਸ਼ਿਫਟਿੰਗ ਤੋਂ ਬਾਅਦ ਇਹ ਵੈਲਿਊ ਰੀਸੈਟ ਹੋਣਗੀਆਂ, ਉਸ ਤੋਂ ਬਾਅਦ ਤਾਂ ਕੋਈ ਪ੍ਰੋਬਲਮ ਨਹੀਂ ਰਹੇਗੀ। ਕੀ ਹੋਏਗੀ? ਸੋ ਕਿਸੇ ਨੂੰ ਕੋਈ ਡਾਊਟ ਲੱਗਦਾ ਹੋਵੇ ਕਿ ਇਹ ਕੰਮ ਨਹੀਂ ਹੋ ਸਕਦਾ ਜਾਂ ਇਹਦੇ ਨਾਲ ਆਪਣਾ ਮਸਲਾ ਹੱਲ ਨਹੀਂ ਹੋਣਾ? ਆਈ ਹੋਪ ਕਿ ਐਵਰੀਬॉडी ਐਗਰੀ ਕਿ ਇਹਦੇ ਨਾਲ ਮਸਲਾ ਹੱਲ ਹੋ ਜਾਏਗਾ। Yes, sir. ਬੇਟਾ ਮੈਨੂੰ ਦੱਸੋ ਜੇ ਸਮਝ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ? ਜਿਹੜੀ ਡੀ ਤੇ ਐਕਸ ਸਪੇਸ ਆ ਉਹ ਤਾਂ ਖਤਮ ਨਹੀਂ ਹੋਣੀ ਫਿਰ ਹੀ। ਕਿਹੜੀ ਸਪੇਸ? ਦੁਬਾਰਾ ਜਿਵੇਂ ਦੱਸੋ। ਡੀ ਤੋਂ ਬਾਅਦ ਐਕਸ ਆ ਜਿਹੜੀ 2 ਐਲੀਮੈਂਟ ਛੱਡ ਕੇ ਆ ਹੋਈ, ਹਾਂ ਹਾਂ, ਨਹੀਂ ਉਹ ਜਦੋਂ ਆਪਾਂ ਸਪੇਸ ਤਾਂ ਖਤਮ ਨਹੀਂ ਸਪੇਸ ਨਹੀਂ ਖਤਮ ਨਹੀਂ ਹੋਣਾ ਬੇਟਾ, ਆਪਾਂ ਐਲੀਮੈਂਟ ਨੂੰ ਸ਼ਿਫਟ ਕਰਨਾ ਹੈ। ਇੱਥੇ ਡੀ ਈ ਐਫ ਜੀ ਕੁਝ ਵੀ ਪਿਆ ਹੋਇਆ ਹੈ ਨਾ, ਮਤਲਬ ਡੀ ਤੋਂ ਲੈ ਕੇ ਐਕਸ ਤੱਕ ਆ ਸਾਰੀ ਸਪੇਸ ਭਰੀ ਹੋਈ ਹੈ ਪਰ ਅਗਲੀਆਂ 3 ਲੋਕੇਸ਼ਨਾਂ ਖਾਲੀ ਹੈ। ਠੀਕ ਹੈ, ਸੋ ਡੀ ਨੂੰ ਆਪਾਂ 3 ਨੰਬਰ ਅੱਗੇ ਕਰ ਦਾਂਗੇ, ਉਸ ਤੋਂ ਬਾਅਦ ਈ ਆ ਜਾਏਗਾ, ਉਸ ਤੋਂ ਬਾਅਦ ਐਫ ਆ ਜਾਏਗਾ, ਚੱਲਦੇ ਚੱਲਦੇ ਲਾਸਟ ਦੇ ਵਿੱਚ 3 ਲੋਕੇਸ਼ਨਾਂ ਆਪਣੇ ਕੋਲ ਖਾਲੀ ਬਚ ਜਾਣਗੀਆਂ। ਜਦੋਂ ਆਪਾਂ ਸ਼ਿਫਟਿੰਗ ਕਰ ਦਾਂਗੇ ਤਾਂ ਜਿਹੜੀਆਂ 3 ਲੋਕੇਸ਼ਨਾਂ ਅੱਗੇ ਖਾਲੀ ਸੀਗੀਆਂ ਉਹੀ 3 ਲੋਕੇਸ਼ਨਾਂ ਹੁਣ ਲਾਸਟ ਦੇ ਵਿੱਚ ਖਾਲੀ ਰਹਿ ਜਾਣਗੀਆਂ। ਰੀਅਰ ਜਿਹੜਾ ਆਪਾਂ ਰੀਸੈਟ ਕਰ ਦਾਂਗੇ, ਫਰੰਟ ਨੂੰ ਆਪਾਂ ਰੀਸੈਟ ਕਰ ਦਾਂਗੇ। Yes, ਠੀਕ ਹੈ sir. ਕਿ ਨਹੀਂ ਹੋਏਗਾ? ਹੋ ਜੂਗਾ ਜੀ। है ना?
So ਫੇਰ ਤਾਂ ਹੋ ਜਾਊਗਾ ਜੀ। this is one of the solution. This is again one of the solution ਕਿ ਆਪਾਂ ਸਾਰੀਆਂ ਵੈਲਿਊ ਨੂੰ ਸ਼ਿਫਟ ਕਰਾਂਗੇ। ਸ਼ਿਫਟ ਕਰਨ ਤੋਂ ਬਾਅਦ ਰੀਅਰ ਔਰ ਫਰੰਟ ਦੋਨਾਂ ਨੂੰ ਰੀਸੈਟ ਕਰ ਦਾਂਗੇ। ਜਿਹੜੀ ਖਾਲੀ ਥਾਂ ਅੱਗੇ ਸੀਗੀ ਉਹ ਖਾਲੀ ਥਾਂ ਆਪਾਂ ਚੱਕ ਕੇ ਪਿਛਲੇ ਪਾਸੇ ਲੈ ਗਏ। ਠੀਕ ਹੈ, ਹੁਣ ਇਹਦੀਆਂ ਆਪਾਂ ਜਿਹੜੀਆਂ ਇਸ਼ੂਜ਼ ਕਿ ਇਹਦੇ ਇਸ਼ੂਜ਼ ਕੀ ਆ। ਠੀਕ ਹੈ, ਆ ਆਪਣਾ ਜਿਹੜਾ ਹੈ ਆਈਟਮ ਜਦੋਂ ਆਪਾਂ ਰਿਮੂਵ ਕਰਾਂਗੇ ਤਾਂ ਰੀਅਰ ਦੀ ਵੈਲਿਊ ਇੱਥੇ ਆ ਗਈ। ਉਸ ਤੋਂ ਬਾਅਦ ਠੀਕ ਹੈ, ਆ ਸ਼ਿਫਟਿੰਗ ਹੋਣ ਲੱਗ ਗਈ। B ਫਰੰਟ ਤੇ ਅੱਗੇ ਲੈ ਆਏ, ਫਿਰ C B ਦੀ ਥਾਂ ਤੇ ਆ ਗਿਆ, ਫਿਰ D C ਦੀ ਥਾਂ ਤੇ ਆ ਗਿਆ, ਤੇ ਰੀਅਰ ਜਿਹੜਾ ਹੈ ਉਹ ਆਪਾਂ ਨੀਚੇ ਕਰ ਦੇਣਾ। ਠੀਕ ਹੈ, 3 ਤੋਂ ਲੈ ਕੇ ਉਹਨੂੰ 2 ਤੇ ਕਰ ਦਾਂਗੇ। ਸੋ ਰੀਅਰ ਦੀ ਵੈਲਿਊ ਰੀਸੈਟ ਕਰ ਦਾਂਗੇ, ਫਰੰਟ ਦੀ ਵੈਲਿਊ ਰੀਸੈਟ ਕਰ ਦਾਂਗੇ। ਜਿਹੜੀ ਖਾਲੀ ਸਪੇਸ ਹੈ ਉਹ ਹਮੇਸ਼ਾ ਪਿਛਲੇ ਪਾਸੇ ਚਲੇ ਜਾਏਗੀ। ਠੀਕ, ਸੋ since all the items in the queue are required to shift when an item is deleted, this method is not the preferred method. तो ਇਹਦਾ ਜਿਹੜਾ ਟਾਈਮ ਕੰਪਲੈਕਸਿਟੀ ਉਹ ਕੀ ਹੋਏਗੀ? ਵਰਸਟ ਕੇਸ ਦੇ ਵਿੱਚ ਕਿੰਨੇ ਐਲੀਮੈਂਟ ਸ਼ਿਫਟ ਕਰਨੇ ਪੈਣਗੇ? ਵਰਸਟ ਕੇਸ ਦੇ ਵਿੱਚ ਕੀ ਹੋਏਗਾ? ਰੀਅਰ ਔਰ ਫਰੰਟ ਐਂਡ ਵਿੱਚ ਹੈ ਵਰਸਟ ਕੇਸ ਦੇ ਵਿੱਚ ਕੀ ਹੋਏਗਾ? ਮੇਰੇ ਕੋਲ 1000 ਐਲੀਮੈਂਟਸ ਦੀ ਕਿਊ ਹੈ ਔਰ ਜਿਹੜਾ ਮੇਰਾ ਰੀਅਰ ਹੈ, ਜਿਹੜਾ ਮੇਰਾ ਫਰੰਟ ਹੈ ਉਹ ਤੇ ਜਿਹੜਾ ਮੇਰਾ ਰੀਅਰ ਹੈ ਉਹ ਲਾਸਟ ਵੈਲਿਊ ਦੇ ਉੱਤੇ ਖੜੇ ਆ ਦੋਨੋਂ। ਠੀਕ ਹੈ, ਤਾਂ ਆ ਐਲੀਮੈਂਟ ਜਾਂ ਇਹ ਵੀ ਹੋ ਸਕਦਾ ਕਿ ਇੱਕ ਜਗ੍ਹਾ ਖਾਲੀ ਹੋਵੇ ਫਰੰਟ ਵਾਲੀ, ਫਰੰਟ ਇੱਥੇ ਹੋਵੇ ਤੇ ਰੀਅਰ ਇੱਥੇ ਹੋਵੇ, ਤਾਂ ਕਿੰਨੀਆਂ ਸ਼ਿਫਟਿੰਗ ਹੋਣਗੀਆਂ? ਇਹਨੂੰ ਇੱਥੇ ਕਰਨਾ ਪਏਗਾ, ਇਹਨੂੰ ਇੱਥੇ ਕਰਨਾ ਪਏਗਾ, ਇਹਨੂੰ ਇੱਥੇ ਕਰਨਾ ਪਏਗਾ। ਇੱਕ ਲੋਕੇਸ਼ਨ ਨੂੰ ਯੂਜ਼ ਕਰਨ ਵਾਸਤੇ ਕਿੰਨੀਆਂ ਸ਼ਿਫਟਿੰਗ ਕਰਨੀਆਂ ਪੈਣਗੀਆਂ ਜੇ ਮੇਰੇ ਕੋਲ 1000 ਐਲੀਮੈਂਟ ਹੋਣ ਤਾਂ? ਯਾਰ ਸ਼ਿਫਟਿੰਗ ਹੀ ਹੋ ਜਾਊ ਜੀ 999। ਠੀਕ ਆ, ਸੋ ਦੈਟ ਮੀਨਸ ਦਿਸ ਇਜ਼ ਨਾਟ ਅ ਪ੍ਰੈਫਰਡ ਮੈਥਡ। ਇਹਦੀ ਟਾਈਮ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ। ਮੈਥਡ ਕੰਮ ਤਾਂ ਕਰੇਗਾ ਬਟ ਇਹਨੂੰ ਆਪਾਂ ਯੂਜ਼ ਨਹੀਂ ਕਰਨਾ। ਆਪਾਂ ਨੂੰ ਕੋਈ ਹੋਰ ਇਹੋ ਜਿਹਾ ਮੈਥਡ ਲੱਭਣਾ ਚਾਹੀਦਾ ਜਿਹੜਾ ਜਿਹਦੀ ਟਾਈਮ ਕੰਪਲੈਕਸਿਟੀ ਘੱਟ ਹੋਵੇ। ਠੀਕ, ਸੋ ਉਹ ਜਿਹੜਾ ਮੈਥਡ ਹੈ ਉਹ ਹੈ ਆਪਣਾ ਸਰਕੂਲਰ ਕਿਊ ਦਾ। ਜੇ ਆਪਾਂ ਆਪਣੀ ਕਿਊ ਨੂੰ ਸਰਕੂਲਰ ਕਿਊ ਬਣਾ ਦਈਏ ਤਾਂ ਆਪਾਂ ਆਪਣੇ ਪ੍ਰੋਗਰਾਮ ਨੂੰ ਠੀਕ, ਸੋ ਸਰਕੂਲਰ ਕਿਊ ਬਣਾਉਣਾ ਹੁਣ ਆਪਾਂ ਨੇ। ਤਾਂ ਸਰਕੂਲਰ ਕਿਊ ਦਾ ਕੀ ਮਤਲਬ ਹੈ ਕਿ ਆਪਣੀ ਕਿਊ ਜਿਹੜੀ ਹੈ ਉਹ ਘੁੰਮ ਕੇ ਫਿਰ ਅਗਲੀ ਸਾਈਡ ਤੇ ਆ ਜਾਏਗੀ। ਵੈਨ ਦ ਰੀਅਰ ਇਜ਼ ਇਕੁਅਲ ਟੂ ਮੈਕਸ ਕਿਊ ਮਾਈਨਸ 1, ਜਦੋਂ ਰੀਅਰ ਲਾਸਟ ਪੋਜੀਸ਼ਨ ਤੇ ਹੈ, the next element is entered at the location number 0 in case that spot is free। ਕਦੋਂ ਹੋਏਗਾ? ਜਦੋਂ 0th ਲੋਕੇਸ਼ਨ ਜੇ ਆਪਣੀ ਖਾਲੀ ਪਈ ਹੈ ਤਾਂ ਰੀਅਰ ਦੀ ਵੈਲਿਊ ਨੂੰ ਕਿੰਨਾ ਕਰ ਦੇਣਾ ਹੈ? 0 ਕਰ ਦੇਣਾ ਹੈ। ਠੀਕ, ਨਹੀਂ ਤਾਂ ਜੇ ਰੀਅਰ ਦੀ ਵੈਲਿਊ ਖਾਲੀ ਨਹੀਂ ਪਈ, 0th ਲੋਕੇਸ਼ਨ ਖਾਲੀ ਨਹੀਂ ਪਈ, ਆਪਣਾ ਫਰੰਟ ਆਲਰੇਡੀ 0 ਤੇ ਬੈਠਾ ਆ, ਫਿਰ ਇਹ ਕੰਮ ਨਹੀਂ ਕਰਨਾ। ਕੰਡੀਸ਼ਨ ਕੀ ਹੈ ਕਿ 0th ਲੋਕੇਸ਼ਨ ਜੇ ਖਾਲੀ ਪਈ ਹੈ, ਖਾਲੀ ਕਿਵੇਂ ਪਤਾ ਲੱਗੇਗਾ ਕਿ ਫਰੰਟ ਜਿਹੜਾ ਹੈ ਉਹ 0 ਤੋਂ ਵੱਧ ਹੈ, 1 ਹੈ, 2 ਹੈ, 3 ਹੈ, ਕੁਝ ਵੀ ਹੋ ਸਕਦਾ। ਠੀਕ ਹੈ, ਦੈਟ ਮੀਨਸ 0th ਲੋਕੇਸ਼ਨ ਖਾਲੀ ਹੈ। ਸੋ ਜੇ 0th ਲੋਕੇਸ਼ਨ ਖਾਲੀ ਪਈ ਹੈ ਤਾਂ ਆਪਾਂ ਰੀਅਰ ਦੀ ਵੈਲਿਊ ਨੂੰ 0 ਕਰ ਦੇਣਾ ਹੈ, ਬਲਕਿ ਨਾ ਕਿ ਆਪਾਂ ਇਹ ਮੈਸੇਜ ਦੇਣਾ ਕਿ ਕਿਊ ਫੁੱਲ ਹੋ ਗਈ। ਠੀਕ, ਸੋ ਇਹ ਆਪਣੀ ਕੰਡੀਸ਼ਨ ਹੈ। ਇਹਦੇ ਹਿਸਾਬ ਨਾਲ ਹੁਣ ਦੇਖੀਏ ਕਿਵੇਂ ਕੰਮ ਹੋਏਗਾ। ਮੰਨ ਲਓ ਫਰੰਟ ਤੇ ਰੀਅਰ ਦੋਨੋਂ 6 ਤੇ ਬੈਠੇ ਆ। ਠੀਕ ਹੈ, ਫਰੰਟ ਵੀ ਇੱਥੇ ਹੈ, ਰੀਅਰ ਵੀ ਇੱਥੇ ਹੈ। ਠੀਕ, ਹੁਣ ਆਪਾਂ insert a b c to the rear of the queue। ਹੁਣ ਰੀਅਰ ਦੀ ਵੈਲਿਊ ਕਿੰਨੀ ਹੈ? 6। ਠੀਕ, ਮੈਕਸਿਮਮ ਜਿਹੜੀ ਵੈਲਿਊ ਹੈਗੀ ਆ ਉਹ ਵੀ ਆਈਟਮ ਮੈਕਸ ਸਾਈਜ਼ ਕਿੰਨਾ ਹੋਏਗਾ? ਇੱਥੇ ਕਿੰਨਾ ਹੋਏਗਾ ਆਪਣਾ ਮੈਕਸ ਸਾਈਜ਼? ਕਿਉਂਕਿ ਮੇਰੇ ਕੋਲ ਟੋਟਲ ਨੰਬਰ ਆਫ ਐਲੀਮੈਂਟ ਹੈਗੇ ਨੇ 7, ਤਾਂ ਮੈਕਸ ਸਾਈਜ਼ ਹੋ ਗਿਆ 7। ਕੰਡੀਸ਼ਨ ਕੀ ਹੈ ਕਿ rear is equal to max size minus 1, that is 7 minus 1 which is equal to 6। so ਜੇ rear ਦੀ ਵੈਲਿਊ 6 ਹੈ, ਜਿਹੜੀ ਕਿ ਆਲਰੇਡੀ ਆਪਾਂ ਇਹੀ ਡਿਫਾਈਨ ਕੀਤੀ ਹੈ ਨਾ, so rear ਦੀ ਵੈਲਿਊ ਆਲਰੇਡੀ 6 ਹੈ ਤੇ ਫਰੰਟ ਦੀ ਵੈਲਿਊ ਵੀ 6 ਹੈ,
ਜਦੋਂ ਫਰੰਟ ਦੀ ਵੈਲਿਊ 6 ਹੈ ਦੈਟ ਮੀਨਸ 0th ਲੋਕੇਸ਼ਨ ਵਾਲਾ ਆਪਣਾ ਖਾਲੀ ਪਿਆ ਕੰਮ ਲੋਕੇਸ਼ਨ, ਤਾਂ ਆਪਾਂ ਇਨਸਰਟ ਕਰਨਾ ਹੈ ਪਹਿਲਾ ਐਲੀਮੈਂਟ, ਤਾਂ ਆਪਾਂ ਕੀ ਕਰਾਂਗੇ ਰੀਅਰ ਦੀ ਵੈਲਿਊ ਨੂੰ ਕਰ ਦਾਂਗੇ 0 ਤੇ ਉਸ ਜਗ੍ਹਾ ਤੇ ਪਹਿਲਾ ਐਲੀਮੈਂਟ ਕਰ ਦਾਂਗੇ ਇਨਸਰਟ। ਫਿਰ ਆਪਣੇ ਕੋਲ ਆ ਗਿਆ ਬੀ ਕਰਨ ਵਾਸਤੇ ਰੀਅਰ ਦੀ ਵੈਲਿਊ, ਫਿਰ ਤਾਂ ਸਿੰਪਲ ਉਹੀ ਲੌਜਿਕ ਚੱਲਣਾ ਕਿ ਰੀਅਰ ਪਲੱਸ ਪਲੱਸ ਰੀਅਰ ਦੀ ਵੈਲਿਊ ਹੋਗੀ 1 ਔਰ ਬੀ ਹੋ ਗਿਆ ਇਨਸਰਟ, ਫਿਰ ਰੀਅਰ ਪਲੱਸ ਪਲੱਸ ਰੀਅਰ ਦੀ ਵੈਲਿਊ ਹੋਗੀ 2 ਤੇ ਫਿਰ ਹੋ ਗਿਆ ਸੀ ਇਨਸਰਟ। ਠੀਕ ਹੈ, ਸੋ ਇੱਥੇ ਬੀ ਆ ਜਾਏਗਾ ਤੇ ਫਿਰ ਆਪਣਾ ਆ ਜਾਏਗਾ ਸੀ। ਠੀਕ, ਦੈਨ ਆ ਗਿਆ ਆਪਣੇ ਕੋਲ ਦੋ ਆਈਟਮ ਜੇ ਆਪਾਂ ਰਿਮੂਵ ਕਰਤੀਆਂ। ਪਹਿਲਾਂ ਆਪਾਂ A ਨੂੰ ਰਿਮੂਵ ਕਰਾਂਗੇ, ਜਦੋਂ A ਨੂੰ ਰਿਮੂਵ ਕਰਾਂਗੇ ਤਾਂ ਫਰੰਟ ਦੀ ਵੈਲਿਊ ਹੋਗੀ 0। ਹੁਣ ਆਪਾਂ ਫਰੰਟ ਨੂੰ ਮੂਵ ਕਰਨਾ ਹੈ, ਜਦੋਂ ਆਪਾਂ B ਨੂੰ ਰਿਮੂਵ ਕਰਾਂਗੇ ਤਾਂ ਫਰੰਟ ਦੀ ਵੈਲਿਊ ਹੋਗੀ 1। ਠੀਕ, ਔਰ ਜਦੋਂ ਆਪਾਂ C ਨੂੰ ਰਿਮੂਵ ਕਰਾਂਗੇ ਤਾਂ ਆਪਣੇ ਰੀਅਰ ਔਰ ਫਰੰਟ ਦੋਨਾਂ ਦੀ ਵੈਲਿਊ ਕਿੰਨੀ ਹੋਗੀ 2। ਸੋ ਕੰਡੀਸ਼ਨ ਜਦੋਂ ਇਹ ਦੋਨੋਂ ਚੀਜ਼ਾਂ ਬਰਾਬਰ ਹੋ ਗਈਆਂ ਰੀਅਰ ਔਰ ਫਰੰਟ, ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੋਇਆ ਕਿ ਆਪਣੀ ਕਿਊ ਕੀ ਹੋਗੀ ਐਮਪਟੀ ਹੋਗੀ, ਕਿਊ ਖਾਲੀ ਹੋਗੀ। ਠੀਕ ਹੈ, तो ਇਸੇ ਕਰਕੇ ਜਦੋਂ ਆਪਾਂ ਸਟਾਰਟ ਕੀਤਾ ਸੀ, ਦੁਬਾਰਾ ਦੇਖੋ ਜਦੋਂ ਮੈਂ ਸਟਾਰਟ ਕੀਤਾ ਸੀ ਤਾਂ ਆਪਣੀ ਕੰਡੀਸ਼ਨ ਕੀ ਸੀ, ਫਰੰਟ ਔਰ ਰੀਅਰ ਬਰਾਬਰ ਹੈ 6, ਦੋਨਾਂ ਦੀ ਵੈਲਿਊ ਬਰਾਬਰ ਹੈ। when both are equal this means our queue is empty। ਇਕੁਅਲ ਉਹ ਕਿਸੇ ਜਗ੍ਹਾ ਤੇ ਵੀ ਹੋ ਸਕਦੇ, 6 ਤੇ ਵੀ ਹੋ ਸਕਦੇ, 8 ਤੇ ਵੀ ਹੋ ਸਕਦੇ, 5 ਤੇ ਵੀ ਹੋ ਸਕਦੇ, 2 ਤੇ ਵੀ ਹੋ ਸਕਦੇ ਆ। ਸੋ ਜਦੋਂ ਮੈਂ ਕੁਝ ਵੈਲਿਊਜ਼ ਇਨਸਰਟ ਕੀਤੀਆਂ, ਵੈਲਿਊਜ਼ ਇਨਸਰਟ ਕਰਨ ਤੋਂ ਬਾਅਦ ਫਿਰ ਮੈਂ ਡਿਲੀਟ ਕੀਤੀਆਂ, ਡਿਲੀਟ ਕਰਨ ਤੋਂ ਬਾਅਦ ਜਦੋਂ ਦੋਨਾਂ ਦੀ ਬਰਾਬਰ ਵੈਲਿਊ ਆ ਗਈ, ਇਹਦਾ ਮਤਲਬ ਕੀ ਹੋ ਗਿਆ ਕਿ ਮੇਰੀ ਕਿਊ ਐਮਪਟੀ ਹੋ ਗਈ। ਤੇ ਹੁਣ ਮੇਰੀ ਕਿਊ ਸਰਕੂਲਰ ਕਿਊ ਦੇ ਵਿੱਚ ਐਮਪਟੀ ਹੋਣ ਦੀ ਕੰਡੀਸ਼ਨ ਕੀ ਹੈ, ਜਦੋਂ ਰੀਅਰ ਔਰ ਫਰੰਟ ਦੋਨੋਂ ਬਰਾਬਰ ਹੋਣਗੇ, ਇਹਦਾ ਮਤਲਬ ਕੀ ਹੈ ਕਿ ਮੇਰੀ ਕਿਊ ਐਮਪਟੀ ਹੈ। ਹੁਣ ਮੈਂ ਇਹ ਚੈੱਕ ਕਰਨਾ ਹੈ ਕਿ ਭਰਨ ਦੀ ਕੰਡੀਸ਼ਨ ਕੀ ਹੋਏਗੀ, ਕਿ ਜਦੋਂ ਕਿਊ ਫੁੱਲ ਕਿਵੇਂ ਹੋਏਗੀ ਮੇਰੀ। ਉਹ ਮੈਂ ਅਗੇਨ ਹੋਰ ਐਲੀਮੈਂਟ ਐਡ ਕਰਕੇ ਦੇਖਦਾ, ਆਪਾਂ D E F G ਐਡ ਕਰਤੇ, ਜਦੋਂ 4 ਐਲੀਮੈਂਟ ਹੋਰ ਐਡ ਕਰਤੇ, ਰੀਅਰ ਦੀ ਵੈਲਿਊ ਹੋ ਗਈ 6, ਫਰੰਟ ਦੀ ਵੈਲਿਊ ਹੱਲੇ ਵੀ 2 ਤੇ ਹੀ ਖੜੀ ਹੈ। ਫਿਰ ਆਪਾਂ H ਵੀ ਇਨਸਰਟ ਕਰਤਾ, ਕਿਉਂਕਿ ਰੀਅਰ ਆਲਰੇਡੀ ਐਂਡ ਤੇ ਪਹੁੰਚਿਆ ਹੋਇਆ ਸੀਗਾ ਔਰ ਮੇਰੀ ਫਰੰਟ ਵਾਲੀ ਵੈਲਿਊ 0 ਲੋਕੇਸ਼ਨ ਵਾਲੀ ਵੈਲਿਊ ਹੱਲੇ ਖਾਲੀ ਸੀਗੀ, ਤਾਂ ਕੀ ਹੋ ਗਿਆ, ਮੈਂ ਘੁਮਾ ਕੇ ਰੀਅਰ ਨੂੰ ਮੈਕਸਿਮਮ ਤੋਂ ਕਿੱਥੇ ਲਿਆਂਦਾ, 0 ਤੇ ਲਿਆਂਦਾ। ਸੋ ਇਸ ਪੁਆਇੰਟ ਤੋਂ ਨਿਕਲ ਕੇ ਇਹ ਆ ਗਿਆ ਦੁਬਾਰਾ 0 ਤੇ ਆਪਣੀ ਵੈਲਿਊ ਇਨਸਰਟ ਹੋ ਗਈ H, ਫਿਰ ਆਪਣੀ ਵੈਲਿਊ ਇਨਸਰਟ ਹੋ ਗਈ I, ਫਿਰ ਆਪਣੀ ਵੈਲਿਊ ਇਨਸਰਟ ਹੋ ਗਈ J। ਹੁਣ ਜੇ ਮੈਂ K ਨੂੰ ਇਨਸਰਟ ਕਰਨਾ ਹੈ ਤਾਂ ਮੇਰੇ ਕੋਲ ਜਗ੍ਹਾ ਹੈ ਕਿ ਨਹੀਂ ਹੈ, ਜੇ ਮੈਂ K ਨੂੰ ਇਨਸਰਟ ਕਰਨਾ ਹੈ ਤਾਂ ਮੇਰੇ ਕੋਲ ਕੋਈ ਵੀ ਜਗ੍ਹਾ ਖਾਲੀ ਨਹੀਂ ਬਚਦੀ। ਸੋ ਮੇਰੀ ਕਿਊ ਫੁੱਲ ਹੈ, ਇਹਦੀ ਕੰਡੀਸ਼ਨ ਕੀ ਹੈ, ਕੀ ਬਣ ਗਈ ਇਸ ਹਿਸਾਬ ਨਾਲ, ਜਦੋਂ ਕਿਊ ਫੁੱਲ ਹੋਈ ਉਦੋਂ ਫਰੰਟ ਔਰ ਰੀਅਰ ਦੀ ਵੈਲਿਊ ਕਿੰਨੀ ਹੈ, ਕੀ ਉਹ ਸੇਮ ਹੈ ਜਾਂ ਅਲੱਗ-ਅਲੱਗ ਹੈ, ਇਕੁਅਲ same है but ਸੇਮ ਹੈ। ਸੋ ਅਗੇਨ ਜਦੋਂ ਖਾਲੀ ਹੈ ਤਾਂ ਵੀ ਫਰੰਟ ਔਰ ਰੀਅਰ ਦੀ ਵੈਲਿਊ ਸੇਮ ਹੋਏਗੀ, ਜਦੋਂ ਭਰੀ ਹੋਈ ਹੈ ਫੁੱਲ ਹੈ ਤਾਂ ਵੀ ਫਰੰਟ ਔਰ ਰੀਅਰ ਦੀ ਵੈਲਿਊ ਸੇਮ ਹੀ ਹੋਏਗੀ। ਸੋ ਐਮਪਟੀ, ਓਵਰਫਲੋ ਐਂਡ ਅੰਡਰਫਲੋ ਦੋਨਾਂ ਦੀ ਕੰਡੀਸ਼ਨ ਸਰਕੂਲਰ ਕਿਊ ਦੇ ਵਿੱਚ ਸੇਮ ਹੈ, ਸਰਕੂਲਰ ਕਿਊ ਦੇ ਵਿੱਚ ਦੋਵਾਂ ਦੀ ਕੰਡੀਸ਼ਨ ਸੇਮ ਹੈ। ਸੋ ਇਹ ਆਪਣਾ ਹੁਣ ਸਰਕੂਲਰ ਕਿਊ ਦਾ ਲੌਜਿਕ ਹੈ, ਸਿੰਪਲ ਜਿਹਾ ਲੌਜਿਕ। ਉਸੇ ਤਰ੍ਹਾਂ ਹੀ ਸਟਰਕਚਰ ਬਣਾ ਲਿਆ, ਕਿਊ ਬਣਾ ਲਈ, ਫਰੰਟ ਨੂੰ ਵੀ ਆਪਾਂ ਮੈਕਸ ਕਿਊ -1, ਰੀਅਰ ਨੂੰ ਵੀ ਮੈਕਸ ਕਿਊ -1, ਦਿਸ ਇਜ਼ ਇਨੀਸ਼ੀਅਲਾਈਜੇਸ਼ਨ। ਸਰਕੂਲਰ ਕਿਊ ਦੀ ਇਨੀਸ਼ੀਅਲਾਈਜੇਸ਼ਨ ਕਿਵੇਂ ਹੋਏਗੀ, ਦੋਨਾਂ ਦੀ ਵੈਲਿਊ ਆਪਾਂ ਬਰਾਬਰ ਕਰ ਦੇਣੀ ਹੈ। ਬਰਾਬਰ ਕਿੰਨੀ ਕਰਨੀ ਹੈ, ਆਪਾਂ ਮੈਕਸ ਕਿਊ ਦੇ ਉੱਤੇ ਲੈ ਕੇ ਚੱਲਦੇ ਹਾਂ ਉਹਨੂੰ, ਕਿ ਮੈਕਸ ਕਿਊ -1 ਜਿਹੜਾ ਮੈਕਸਿਮਮ ਇੰਡੈਕਸ ਨੰਬਰ ਹੈ ਉੱਥੇ ਆਪਾਂ ਉਹਨੂੰ ਰੱਖ ਦੇਣਾ, ਫਰੰਟ ਔਰ ਰੀਅਰ ਦੋਵਾਂ ਨੂੰ। ਦੈਟ ਇਜ਼ ਇਨੀਸ਼ੀਅਲਾਈਜੇਸ਼ਨ ਪਾਰਟ। ਤੇ ਇਨਸਰਸ਼ਨ ਦੇ ਵਿੱਚ ਕੀ ਹੋਏਗਾ, ਇਨਸਰਸ਼ਨ ਚ ਆਪਾਂ ਕੀ ਚੈੱਕ ਕੀਤਾ ਕਿ ਜਦੋਂ ਰੀਅਰ ਦੀ ਵੈਲਿਊ ਮੈਕਸਿਮਮ ਤੇ ਪਹੁੰਚ ਗਈ ਤਾਂ ਕੀ ਕਰਨਾ ਹੈ, ਰੀਅਰ ਦੀ ਵੈਲਿਊ ਕਰ ਦੇਣੀ ਹੈ 0, ਨਹੀਂ ਤਾਂ ਰੀਅਰ ਦੀ ਵੈਲਿਊ ਨੂੰ 1 ਇੰਕਰੀਮੈਂਟ ਕਰ ਦੇਣਾ ਹੈ। ਉਸ ਤੋਂ ਬਾਅਦ ਜੇ ਤਾਂ ਰੀਅਰ ਦੀ ਵੈਲਿਊ ਫਰੰਟ ਦੇ ਬਰਾਬਰ ਹੈ ਫਿਰ ਆਪਣਾ ਓਵਰਫਲੋ ਹੈ, ਨਹੀਂ ਤਾਂ ਜਿਹੜੀ ਪੁਆਇੰਟ ਰੀਅਰ ਕਰ ਰਿਹਾ ਉਸ ਜਗ੍ਹਾ ਤੇ ਵੈਲਿਊ ਕਰ ਦਿਓ ਇਨਸਰਟ। ਸੋ ਆਪਾਂ ਸਿਰਫ ਦੋ ਚੀਜ਼ਾਂ ਚੈੱਕ ਕਰਨੀਆਂ ਨੇ, ਆ ਹੈਗੀ ਆਪਣੀ ਓਵਰਫਲੋ ਦੀ ਕੰਡੀਸ਼ਨ ਕਿ ਜਦੋਂ ਰੀਅਰ ਔਰ ਫਰੰਟ ਬਰਾਬਰ ਹੈ, ਔਰ ਆ ਕੰਡੀਸ਼ਨ ਸਰਕੂਲਰ ਕਿਊ ਵਾਸਤੇ ਹੈ ਕਿ ਜੇ ਰੀਅਰ ਦੀ ਪੋਜੀਸ਼ਨ ਮੈਕਸਿਮਮ ਪੋਜੀਸ਼ਨ ਤੇ ਪਹੁੰਚ ਗਈ ਤਾਂ ਰੀਅਰ ਨੂੰ 1 ਸੈੱਟ ਕਰਨਾ, ਘੁਮਾ ਕੇ ਉਹਨੂੰ 0 ਤੇ ਲੈ ਕੇ ਆਉਣਾ ਆ, ਨਹੀਂ ਤਾਂ ਰੀਅਰ ਨੂੰ ਸਿੰਪਲੀ ਪਲੱਸ ਪਲੱਸ ਕਰੀ ਜਾਣਾ, ਜਿਹੜਾ ਕਿ ਪੁਰਾਣਾ ਲੌਜਿਕ ਸੀ ਆਪਣਾ। ਠੀਕ, ਸੋ ਇਹ ਦੋ ਚੀਜ਼ਾਂ ਦੇ ਨਾਲ ਤੁਹਾਡਾ ਇਨਸਰਸ਼ਨ ਆਪਰੇਸ਼ਨ ਹੋ ਗਿਆ। ਇਸੇ ਤਰ੍ਹਾਂ ਰਿਮੂਵਲ ਆਪਰੇਸ਼ਨ ਕੀ ਹੈ ਕਿ ਜਦੋਂ ਫਰੰਟ ਦੀ ਵੈਲਿਊ
ਰੀਅਰ ਦੇ ਬਰਾਬਰ ਹੋਏਗੀ, ਕੰਡੀਸ਼ਨ ਸੇਮ ਹੈ ਤਾਂ ਅੰਡਰਫਲੋ ਹੋ ਜਾਏਗਾ। ਸੋ ਓਵਰਫਲੋ ਔਰ ਅੰਡਰਫਲੋ ਕੰਡੀਸ਼ਨ ਦੋਨਾਂ ਕੇਸਿਸ ਦੇ ਵਿੱਚ ਆਪਣੀ ਸੇਮ ਹੈ। ਠੀਕ, ਦੈਨ ਆਪਣੇ ਕੋਲ ਆ ਗਿਆ ਕਿ ਜਦੋਂ ਫਰੰਟ ਮੈਕਸਿਮਮ ਪੋਜੀਸ਼ਨ ਤੇ ਪਹੁੰਚਿਆ ਫਿਰ ਕੀ ਕਰਨਾ ਹੈ, ਫਿਰ ਫਰੰਟ ਨੂੰ 0 ਕਰ ਦੇਣਾ ਹੈ, ਨਹੀਂ ਤਾਂ ਫਰੰਟ ਪਲੱਸ ਪਲੱਸ ਕਰ ਦੇਣਾ ਹੈ, ਤੇ ਆਪਾਂ ਆਈਟਮ ਜਿਹੜੀ ਫਰੰਟ ਪੁਆਇੰਟ ਕਰ ਰਿਹਾ ਉਹ ਵਾਲੀ ਆਈਟਮ ਨੂੰ ਆਪਾਂ ਨੇ ਰਿਟਰਨ ਕਰਨਾ ਹੈ। ਠੀਕ ਹੈ, ਸੋ ਦੋ ਹੀ ਚੀਜ਼ਾਂ ਧਿਆਨ ਚ ਰੱਖਣੀਆਂ ਨੇ, ਇੱਕ ਤਾਂ ਓਵਰਫਲੋ ਅੰਡਰਫਲੋ ਦੀ ਕੰਡੀਸ਼ਨ ਸੇਮ ਹੋ ਜਾਏਗੀ ਇਸ ਕੇਸ ਦੇ ਵਿੱਚ, ਸੈਕੰਡਲੀ ਫਰੰਟ ਜਦੋਂ 0 ਮੈਕਸਿਮਮ ਤੇ ਪਹੁੰਚਿਆ ਤਾਂ ਉਹਨੂੰ ਵੀ 0 ਕਰ ਦੇਣਾ ਹੈ, ਰੀਅਰ ਜਦੋਂ ਮੈਕਸਿਮਮ ਪਹੁੰਚਿਆ ਤਾਂ ਉਹਨੂੰ ਵੀ 0 ਕਰ ਦੇਣਾ। ਠੀਕ, ਸੋ ਇਹਨਾਂ ਦੋ ਵੈਲਿਊਜ਼ ਦੇ ਨਾਲ, ਇਹਨਾਂ ਦੋ ਚੀਜ਼ਾਂ ਦੇ ਨਾਲ ਆਪਣਾ ਜਿਹੜਾ ਸਰਕੂਲਰ ਕਿਊ ਦਾ ਜਿਹੜਾ ਲੌਜਿਕ ਹੈ ਉਹ ਹੋ ਜਾਏਗਾ ਇੰਪਲੀਮੈਂਟ। ਸੋ ਦੈਟ ਇਜ਼ ਆਲ ਅਬਾਊਟ ਟੂਡੇਜ਼ ਲੈਕਚਰ। ਕਿਸੇ ਨੂੰ ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਕਿਊਜ਼ ਦੇ ਵਿੱਚੋਂ, ਸਰਕੂਲਰ ਕਿਊਜ਼ ਦੇ ਵਿੱਚੋਂ ਪਹਿਲਾਂ ਸਿੰਪਲ ਕਿਊ ਬਣਾਈ ਸੀ, ਫਿਰ ਆਪਾਂ ਸਰਕੂਲਰ ਕਿਊ ਬਣਾਈ। ਠੀਕ, ਬਟ ਹੁਣ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ ਉਹ ਸਰਕੂਲਰ ਕਿਊ ਦੀ ਕਰਨੀ ਹੈ, ਸਿੰਪਲ ਕਿਊ ਆਪਾਂ ਨੇ ਨਹੀਂ ਬਣਾਉਣੀ। ਠੀਕ, ਕਿਉਂਕਿ ਸਿੰਪਲ ਕਿਊ ਦੇ ਵਿੱਚ ਕੁਝ ਡਿਸਐਡਵਾਂਟੇजेस ਨੇ। ਸਿੰਪਲ ਕਿਊ ਦੇ ਵਿੱਚ ਆਪਾਂ ਖਾਲੀ ਜਗ੍ਹਾ ਹੁੰਦੇ ਹੋਏ ਵੀ ਹੋਰ ਐਲੀਮੈਂਟ ਐਡ ਨਹੀਂ ਕਰ ਸਕਦੇ, ਸੋ ਇਸ ਕਰਕੇ ਆਪਾਂ ਸਿੰਪਲ ਕਿਊ ਦੀ ਇੰਪਲੀਮੈਂਟੇਸ਼ਨ ਨੂੰ ਅਵੋਇਡ ਕਰਾਂਗੇ ਤੇ ਆਪਾਂ ਸਰਕੂਲਰ ਕਿਊ ਦੀ ਇੰਪਲੀਮੈਂਟੇਸ਼ਨ ਕਰਕੇ ਦੇਖਾਂਗੇ। ਸੋ ਹੁਣ ਤੁਹਾਡਾ ਅੱਜ ਦਾ ਹੋਮਵਰਕ ਹੈ ਕਿ ਤੁਸੀਂ ਸਰਕੂਲਰ ਕਿਊ ਨੂੰ ਇੰਪਲੀਮੈਂਟ ਕਰਕੇ ਉਹਦੇ ਐਲਗੋਰਿਦਮ ਨੂੰ C++ ਦੇ ਕੋਡ ਦੇ ਵਿੱਚ ਇੰਪਲੀਮੈਂਟ ਕਰਕੇ ਦੇਖਣਾ ਹੈ। ਠੀਕ ਹੈ, ਇੱਕ ਅੱਧੇ ਦਿਨ ਦੇ ਵਿੱਚ ਮੈਂ ਤੁਹਾਨੂੰ ਇਹਦੀ ਪ੍ਰੋਗਰਾਮਿੰਗ ਐਕਸਰਸਾਈਜ਼ ਵੀ ਦਵਾਂਗਾ, ਸੋ ਉਸ ਤੋਂ ਪਹਿਲਾਂ ਤੁਸੀਂ ਇਹ ਪ੍ਰੋਗਰਾਮ ਬਣਾ ਕੇ ਚੈੱਕ ਕਰਕੇ ਆਪਣਾ ਚਲਾ ਕੇ ਦੇਖੋ। ਠੀਕ, ਸੋ ਆਪਣੇ ਜਿਹੜਾ ਹੋਮਵਰਕ ਹੈ, ਆਪਣੀ ਐਕਸਰਸਾਈਜ਼ ਜਿਹੜੀ ਹੈ ਉਹ ਕੰਪਲੀਟ ਕਰ ਲਓ, ਉਸ ਤੋਂ ਬਾਅਦ ਮੇਰੇ ਵੱਲੋਂ ਪ੍ਰੋਗਰਾਮਿੰਗ ਐਕਸਰਸਾਈਜ਼ ਆਏਗੀ ਦੈਟ ਯੂ ਹੈਵ ਟੂ ਕੰਪਲੀਟ। ਕੋਈ ਡਾਊਟ, ਕੋਈ ਕੁਐਸਚਨ ਕਿਸੇ ਨੇ ਪੁੱਛਣਾ ਹੋਵੇ ਤਾਂ ਪੁੱਛ ਲਓ। ਸਰ ਸਰਕੂਲਰ ਚ ਇਹਦਾ ਇਨਸਰਸ਼ਨ ਦਾ ਐਲਗੋਰਿਥਮ ਦੁਬਾਰੇ ਦਿਖਾਇਓ ਜੀ, ਸਮਝਾਇਓ ਉਹਨੂੰ। ਲੋ ਜੀ, ਦੇਖੋ ਕੀ ਨਹੀਂ ਸਮਝ ਲੱਗ ਰਿਹਾ। ਸਰ ਪਹਿਲਾਂ ਦੀ ਸਲਾਈਡ ਨਹੀਂ ਸੀ ਆਈ, ਜਦੋਂ ਪਤਾ ਨਹੀਂ ਲੱਗਾ ਤੁਸੀਂ ਕੀ ਕੁਝ ਕਹੇ ਗਏ ਜੀ। ਕਿੱਥੇ ਬੇਟਾ, ਇੰਸਰਸ਼ਨ ਤਾਂ ਸਿੰਪਲ ਹੀ ਹੈ, ਆਪਾਂ ਸਟਾਰਟ ਕਰਨਾ ਹੈ ਫਰੰਟ ਔਰ ਰੀਅਰ ਦੋਨਾਂ ਨੂੰ 0 ਤੋਂ। ਠੀਕ, ਜਦੋਂ ਵੀ ਆਪਾਂ ਵੈਲਿਊ ਇਨਸਰਟ ਕਰਨੀ ਹੈ, ਕਿਉਂਕਿ ਇਹ ਆਲਰੇਡੀ ਮੈਕਸਿਮਮ ਪੋਜੀਸ਼ਨ ਤੇ ਪਹੁੰਚਿਆ ਹੋਇਆ, ਤਾਂ ਆਪਾਂ ਕੀ ਕਰਾਂਗੇ, ਰੀਅਰ ਦੀ ਵੈਲਿਊ ਕਰ ਦਾਂਗੇ 0। ਠੀਕ ਹੈ, ਰੀਅਰ ਨੂੰ ਇੱਥੇ ਲਿਆਵਾਂਗੇ ਔਰ ਇਸ ਜਗ੍ਹਾ ਤੇ ਆਪਾਂ ਵੈਲਿਊ ਐਡ ਕਰ ਦਾਂਗੇ। ਸੋ ਜਦੋਂ ਆਪਾਂ ਫਰਸਟ ਵੈਲਿਊ ਐਡ ਕਰਨੀ ਹੈ A, ਤਾਂ ਆਪਾਂ ਰੀਅਰ ਦੀ ਵੈਲਿਊ 0 ਕਰ ਦਾਂਗੇ। ਫਿਰ ਜਦੋਂ B ਕਰਨ, ਫਿਰ ਤਾਂ ਰੀਅਰ ਪਲੱਸ ਪਲੱਸ ਹੀ ਕਰਨਾ ਹੈ। ਠੀਕ ਹੈ, ਫਿਰ ਜਦੋਂ B ਐਡ ਕਰਨਾ ਹੈ ਫਿਰ ਆਪਾਂ ਰੀਅਰ ਦੀ ਵੈਲਿਊ 1 ਹੋ ਗਈ ਤੇ ਉਸ ਜਗ੍ਹਾ ਤੇ 1 ਇੰਡੈਕਸ ਤੇ ਵੈਲਿਊ ਐਡ ਹੋ ਗਈ। ਠੀਕ ਹੈ, ਫਿਰ ਉਸ ਤੋਂ ਬਾਅਦ ਰੀਅਰ ਦੀ ਵੈਲਿਊ 2 ਹੋ ਗਈ, ਰੀਅਰ ਦੀ ਵੈਲਿਊ 2 ਹੋ ਗਈ, 2 ਇੰਡੈਕਸ ਨੰਬਰ ਤੇ ਵੈਲਿਊ ਜਿਹੜੀ ਹੈ C ਇਨਸਰਟ ਕਰਤੀ। ਠੀਕ, ਸੋ ਦੈਟ ਇਜ਼ ਆਲ ਅਬਾਊਟ ਰੀਅਰ ਆਪਰੇਸ਼ਨ, ਕਿ ਜਦੋਂ ਰੀਅਰ ਦੀ ਵੈਲਿਊ ਲਾਸਟ ਪੋਜੀਸ਼ਨ ਤੇ ਪਹੁੰਚ ਗਈ, ਲਾਸਟ ਤੋਂ ਆਪਾਂ ਉਹਨੂੰ ਫਿਰ ਉਹਨੂੰ ਫਰਸਟ ਪੋਜੀਸ਼ਨ ਤੇ ਸੈੱਟ ਕਰਨਾ, ਬਸ ਇੰਨਾ ਹੀ ਕੰਮ ਆ। ਸੋ ਇਸੇ ਚੀਜ਼ ਨੂੰ ਆਪਾਂ ਇੱਥੇ ਇੰਪਲੀਮੈਂਟ ਕੀਤਾ ਇਸ ਜਗ੍ਹਾ ਤੇ, ਕਿ ਜਦੋਂ ਰੀਅਰ ਦੀ ਵੈਲਿਊ ਮੈਕਸਿਮਮ ਪੋਜੀਸ਼ਨ ਤੇ ਪਹੁੰਚ ਗਈ ਤਾਂ ਰੀਅਰ ਦੀ ਵੈਲਿਊ ਕਿੰਨੀ ਕਰਨੀ ਹੈ, 0, ਨਹੀਂ ਤਾਂ ਰੀਅਰ ਦੀ ਵੈਲਿਊ ਕੀ ਕਰਨੀ ਹੈ, ਪਲੱਸ ਪਲੱਸ, ਹੋਰ ਕੁਝ ਵੀ ਨਹੀਂ ਕਰਨਾ, +1 ਕਰ ਦੇਣੀ ਹੈ। ਠੀਕ ਹੈ, ਹੁਣ ਫੁੱਲ ਹੈ ਆਪਣੀ ਕਿਊ ਜਿਹੜੀ ਹੈ ਫੁੱਲ ਹੋ ਗਈ, ਉਹਦੀ ਕੰਡੀਸ਼ਨ ਕੀ ਹੈ ਉਹ ਮੈਂ ਤੁਹਾਨੂੰ ਇਸ ਜਗ੍ਹਾ ਤੇ ਦਿਖਾਈ ਸੀ, ਕਿ ਜਦੋਂ ਆਪਣੇ ਕੋਲ ਫਰੰਟ ਇੱਥੇ ਸੀਗਾ, ਰੀਅਰ ਨੂੰ ਆਪਾਂ ਭਰਦੇ 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 ਇੱਥੇ ਪਹੁੰਚ ਗਏ, ਇੱਥੋਂ ਇਹਨੂੰ ਘੁਮਾ ਕੇ ਫਿਰ 0 ਤੇ ਲੈ ਆਂਦਾ, 0 ਤੋਂ ਫਿਰ ਇਹਨੂੰ ਭਰਦੇ 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 ਵਾਪਸ ਇੱਥੇ ਪਹੁੰਚ ਗਏ। ਹੁਣ ਜਦੋਂ ਫਰੰਟ ਔਰ ਰੀਅਰ ਦੁਬਾਰਾ ਬਰਾਬਰ ਹੋ ਗਏ, ਜਦੋਂ ਫਰੰਟ ਔਰ ਰੀਅਰ ਦੁਬਾਰਾ ਬਰਾਬਰ ਹੋ ਗਏ, ਦੈਟ ਮੀਨਸ ਉਸ ਤੋਂ ਬਾਅਦ ਆਪਾਂ ਹੋਰ ਨਵੀਂ ਵੈਲਿਊ ਉਹਦੇ ਵਿੱਚ ਐਡ ਨਹੀਂ ਕਰ ਸਕਦੇ। ਸੋ ਕਿਊ ਫੁੱਲ ਹੋਣ ਦੀ ਕੰਡੀਸ਼ਨ ਜਾਂ ਕਿਊ ਖਾਲੀ ਹੋਣ ਦੀ ਕੰਡੀਸ਼ਨ ਦੋਨੋਂ ਹੀ ਸੇਮ ਹੈ, ਕਿ ਫਰੰਟ ਤੇ ਰੀਅਰ ਜਦੋਂ ਬਰਾਬਰ ਹੈ ਫਿਰ ਤੁਹਾਡੀ ਕਿਊ ਖਾਲੀ ਹੈ ਜਾਂ ਤੁਹਾਡੀ ਕਿਊ ਭਰੀ ਹੋਈ ਹੈ। ਸਰ ਜਿਵੇਂ ਆਪਾਂ ਇਹਦੇ ਵਿੱਚੋਂ ਮੁੜ ਕੇ ਡਿਲੀਟ ਕਰਨਾ ਹੋਇਆ ਜੀ, ਹਾਂ ਨਹੀਂ ਤੇ ਫਿਰ ਆਪਾਂ H ਤੱਕ ਆ ਗਏ, ਫਿਰ ਉੱਤੇ G ਤੇ ਕਿਵੇਂ ਮੁੜ ਕੇ ਜਾਵਾਂਗੇ? ਕਿਵੇਂ ਕਿਵੇਂ? ਜਿਵੇਂ ਸਰ ਆਪਾਂ ਡਿਲੀਟ ਕਰਦੇ H ਤੱਕ ਆ ਗਏ ਜੀ, ਹਾਂ, ਉਦੋਂ ਬਾਅਦ ਫਿਰ G ਵੀ ਡਿਲੀਟ ਕਰਨੀ, ਉਹਦੇ ਉੱਪਰ ਕਿਵੇਂ ਜਾਵਾਂਗੇ? ਰਿਮੂਵ ਵਾਸਤੇ ਵੀ ਉਹੀ ਹੈ ਨਾ, ਰਿਮੂਵ ਦੇ ਵਿੱਚ ਵੀ ਜਦੋਂ ਆਪਾਂ ਮੈਕਸਿਮਮ ਪੋਜੀਸ਼ਨ ਤੇ ਪਹੁੰਚ ਗਏ ਤਾਂ ਆਪਾਂ ਉਹਨੂੰ 0 ਤੇ ਸੈੱਟ ਕਰਨਾ ਫਰੰਟ ਨੂੰ, ਇਹੀ ਆਪਣਾ ਲੌਜਿਕ ਹੈ ਨਾ। ਰਿਮੂਵ ਦਾ ਲੌਜਿਕ ਵੀ ਇਹੀ ਹੈ ਕਿ ਜਦੋਂ ਆਪਾਂ ਮੈਕਸਿਮਮ ਤੇ ਪਹੁੰਚ ਗਏ ਤਾਂ ਆਪਾਂ ਫਰੰਟ ਨੂੰ 0 ਤੇ ਸੈੱਟ ਕਰ ਦੇਣਾ, ਤੇ ਫਿਰ ਫਰੰਟ ਨੂੰ ਇਨਕਰੀਜ਼ ਕਰਨਾ, ਤੇ ਫਿਰ ਉਹਦੇ ਵਿੱਚੋਂ ਆਈਟਮ ਕੱਢ ਕੇ ਉਹਨੂੰ ਰਿਟਰਨ ਕਰ ਦੇਣਾ।
ਆਪਾਂ ਡਿਲੀਟ ਕਰਦੇ ਕਰਦੇ ਇੱਥੋਂ ਡਿਲੀਟ ਕਰਦੇ 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 ਜਦੋਂ ਫਰੰਟ ਇੱਥੇ ਆ ਗਿਆ ਤਾਂ ਇੱਥੋਂ ਫਰੰਟ ਨੂੰ ਵੀ ਦੁਬਾਰਾ ਰੀਸੈਟ ਕਰਕੇ ਆਪਾਂ ਇੱਥੇ ਲਿਆਉਣਾ, ਫਿਰ ਫਰੰਟ ਵੀ ਇੱਥੇ ਆ ਜਾਊਗਾ, ਇੱਥੋਂ ਫਿਰ ਚੱਲਦਾ ਚੱਲਦਾ ਵਾਪਸ ਇੱਥੇ ਆ ਜਾਊਗਾ। ਜਦੋਂ ਫਰੰਟ ਔਰ ਰੀਅਰ ਬਰਾਬਰ ਹੋ ਗਏ ਉਦੋਂ ਦੈਟ ਮੀਨਸ ਆਪਣੀ ਕਿਊ ਐਮਟੀ ਹੈ।